स्वागत देश विदेशों में बैठे सारे ही दर्शकों का स्वागत करते हैं। मैं हाँ नीतू ते लैके हाजिर हाँ तुहाडा अपना पसंदीदा प्रोग्राम गल्लां ते गीत। कहते ने कई बार एक छोटी जी चीज़ तुहाडी जिंदगी नूं बदल देंदी है और छोटियां छोटियां चीज़ां मिल के एक वड्डा बदलाव लैके आउंदियां ने। अक्सर कहा जाता है कि जिहड़ी सकारात्मक सोच है ना वो नकारात्मक सोच नूं बदलदी है। ये कह सकते हैं कि जेकर कोई इंसान अपनी सोच नूं बदल सकता है ना तो अपनी जिंदगी नूं भी यकीनन बदल सकता है। अक्सर असीं एक छोटी जी कीड़ी की उदाहरण लैंदे हां कि वह बार बार उपर चढ़ती है फिर डिग जाती है, फिर उपर चढ़ती है फिर डिग जाती है। जे वो कीड़ी बार बार कोशिश करने के बावजूद भी हारदी नहीं तो असीं तां फिर इंसान हाँ, असीं किद्दां हार मान लईए। सो इहो जी एक सोच के नाल यानी कि एक हाँ पक्षी नज़रिए दे नाल जेकर जिंदगी जिउने आ तो हमेशा नकारात्मक सोचां साडे दिमाग दे विचों निकल जांदियां ने ते हाँ पक्षी नज़रिया हमेशा साडा बन जाता है। और इसे दे वास्ते अज असी तुहाडे नज़रिए नूं ते अपने नज़रिए नूं होर ज़्यादा हाँ पक्षी करन दे वास्ते, होर ज़्यादा सकारात्मक करन दे वास्ते अज जिस शख्सियत नूं तुहानूं मिलवाउण दे वास्ते इस प्रोग्राम दे विच लैके आए ने वो ने जी चरण कमल जी। विशेष तौर दे उत्ते मोटिवेशनल स्पीकर ने और बहुत लोगों की, जे मैं कह लवां कि लखां लोगों की जिंदगी नूं सवार चुके ने और बहुत वधिया जागरूक होने दे नाल नाल लोकां नूं जानकारी भी दिंदे ने। सो पहला तो चरण कमल जी स्वागत करते हैं स्टूडियो दे विच तुहाडा। थैंक यू। क्योंकि एक साडा जिहड़ा नज़रिया है ना वो कई बार साडे दिमाग दे विच ना बहुत सारियां नकारात्मक चीज़ां आ जांदियां ने, नकारात्मक सोचां आ जांदियां ने। असीं अपनी सोच नूं सही तरीके दे नाल महत्वपूर्ण ये है कि साडी सोच जिहड़ी है ना अज दे दौर दे विच कित्थे खड़ी है, असीं उहनूं किवें सकारात्मक कर सकते हैं। देखो सब तो पहला ਜਿਹੜਾ ਆਪਾਂ ਨੂੰ ਸਮਝਣਾ ਪਏਗਾ ਕਿ ਜਿਹੜੀ ਇੱਕ ਪੋਜ਼ਿਟਿਵ ਥਿੰਕਿੰਗ ਹੈ ਉਹ ਹੁੰਦੀ ਹੈ ਕਿ ਹਰ ਪਲ ਦੇ ਵਿੱਚ ਜਿਹੜੀ ਸਾਡੀ ਸਹੀ ਸੋਚ ਹੋਏ ਉਹਨੂੰ ਪੋਜ਼ਿਟਿਵ ਥਿੰਕਿੰਗ ਕਹਿੰਦੇ ਨੇ। ਸਕਾਰਾਤਮਕ ਸੋਚ ਜਿਹੜੀ ਸਾਡੀ ਹੈ ਔਰ ਜਿਹੜਾ ਸਾਡਾ ਮਾਈਂਡ ਹੈ ਉਹਦੀ ਨੇਚਰ ਹੁੰਦੀ ਹੈ ਸੋਚਣਾ। ਔਰ ਜਿਹੜੀ ਸਾਡੀ ਸੋਚ ਹੈ ਜਦੋਂ ਸੋਚਣੇ ਦੀ ਉਹਦੀ ਨੇਚਰ ਹੈ ਮਾਈਂਡ ਦੀ, ਇਹਦਾ ਮਤਲਬ ਕੀ ਹੈ ਕਿ ਜਿੰਨੀ ਵੀ ਦੁਨੀਆ ਦੇ ਵਿੱਚ ਜਿਹੜਾ ਵੀ ਤੁਸੀਂ ਜੋ ਵੀ ਕੁਝ ਕਰਦੇ ਹੋ ਲਾਈਫ 'ਚ ਉਹਦੀ ਜਿਹੜੀ ਫਾਊਂਡੇਸ਼ਨ ਹੈ, ਜਿਹੜੀ ਉਹਦੀ ਨੀਮ ਹੈ ਉਹ ਸਾਡੀ ਸੋਚ ਹੁੰਦੀ ਹੈ। ਇਸ ਕਾਰਨ ਇਹ ਤਾਂ ਬਹੁਤ ਵੱਡਾ ਰੋਲ ਹੈ ਸਾਡੀ ਲਾਈਫ ਦੇ ਵਿੱਚ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਜਿਹੜਾ ਸਾਡੇ ਜਿਹੜੀ ਇਹ ਸੋਚ ਹੈ ਚਲਦੀ ਕਿੱਦਾਂ ਹੈ ਔਰ ਇਹਦਾ ਪ੍ਰੋਸੈਸ ਕੀ ਹੈ। ਤੁਸੀਂ ਦੇਖੋ ਕਿ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਹੈ ਸਾਡੇ ਦਿਮਾਗ ਦੇ ਵਿੱਚ ਜਿਹੜੇ ਵਿਚਾਰ ਆਉਂਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਜੋ ਜਿੱਦਾਂ ਦੇ ਵਿਚਾਰ ਹੁੰਦੇ ਨੇ ਉਦਾਂ ਦੀ ਸਾਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਉਦਾਂ ਦਾ ਸਾਡਾ ਐਟੀਟਿਊਡ ਬਣ ਜਾਂਦਾ ਹੈ ਔਰ ਜਿੱਦਾਂ ਦਾ ਐਟੀਟਿਊਡ ਹੁੰਦਾ ਹੈ ਉਦਾਂ ਦਾ ਸਾਡਾ ਫਿਰ ਐਕਸ਼ਨ ਹੁੰਦਾ ਹੈ ਔਰ ਜਿੱਦਾਂ ਦਾ ਐਕਸ਼ਨ ਹੁੰਦਾ ਹੈ ਉਦਾਂ ਦੀਆਂ ਸਾਡੀਆਂ ਆਦਤਾਂ ਬਣ ਜਾਂਦੀਆਂ ਨੇ, ਹੈਬਿਟਸ ਬਣ ਜਾਂਦੀਆਂ ਨੇ ਔਰ ਜਿੱਦਾਂ ਦੀਆਂ ਹੈਬਿਟਸ ਬਣਨਗੀਆਂ ਉਸ ਤੋਂ ਬਾਅਦ ਉਦਾਂ ਦੀ ਸਾਡੀ ਪਰਸਨੈਲਿਟੀ ਬਣਦੀ ਹੈ ਔਰ ਉਸ ਤੋਂ ਬਾਅਦ ਉਦਾਂ ਦੀ ਡੈਸਟੀਨੀ ਬਣਦੀ ਹੈ। ਇਹਦਾ ਮਤਲਬ ਕੀ ਹੈ ਕਿ ਜਿਹੜੇ ਥਾਟਸ ਨੇ ਉਹ ਕ੍ਰੀਏਟ ਕਰਦੇ ਨੇ ਸਾਡੀ ਡੈਸਟੀਨੀ ਨੂੰ। ਕਹਿਣੇ ਦਾ ਮਤਲਬ ਕੀ ਹੈ ਕਿ ਜਿਹੜੀ ਸੋਚ ਸਾਡੀ ਹੈ ਉਹ ਤੁਹਾਡੀ ਤਰੱਕੀ ਕਿੰਨੀ ਹੋਏਗੀ ਲਾਈਫ 'ਚ, ਤੁਹਾਡੇ ਰਿਸ਼ਤੇ ਕਿੱਦਾਂ ਦੇ ਹੋਣਗੇ, ਤੁਹਾਡੀ ਹੈਲਥ ਕਿੱਦਾਂ ਦੀ ਹੋਏਗੀ ਔਰ ਦੁਨੀਆ ਕਿੱਦਾਂ ਦੀ ਹੋਏਗੀ, ਉਹ ਡੈਸਟੀਨੀ ਜਿਹੜੀ ਹੈ ਉਹ ਸਾਡੀ ਸੋਚ ਨਾਲ ਬਣਦੀ ਹੈ। ਇਸ ਕਰਕੇ ਤਾਂ ਬਹੁਤ ਵੱਡਾ ਰੋਲ ਹੈ ਸਾਡੀ ਲਾਈਫ ਦੇ ਵਿੱਚ। ਔਰ ਹਰ ਸਿਚੁਏਸ਼ਨ ਦੇ ਵਿੱਚ ਹਰ ਮਿੰਟ ਵਿੱਚ ਸਹੀ ਸੋਚਣਾ ਜਦੋਂ ਆਪਾਂ ਹੈ। ਤੁਸੀਂ ਦੇਖੋ ਕਿ ਅੱਜ ਆਪਾਂ ਨਾਰਮਲੀ ਜਿਹੜਾ ਹੈ 40 ਤੋਂ 50 ਜਿਹੜੇ ਵਿਚਾਰ ਨੇ ਉਹ ਸਾਡੇ 1 ਮਿੰਟ ਦੇ ਵਿੱਚ ਸਾਡੇ ਮਾਈਂਡ 'ਚ ਚੱਲਦੇ ਨੇ ਸਾਰਿਆਂ ਦੇ। ਔਰ ਕੋਈ ਵੀ ਇਦਾਂ ਦਾ ਮੂਵਮੈਂਟ ਨਹੀਂ ਹੈ ਲਾਈਫ ਦੇ ਵਿੱਚ ਸਾਡੀ ਜਦੋਂ ਇਹ ਸਾਡੀ ਸੋਚ ਨਹੀਂ ਚੱਲਦੀ। ਕੋਈ ਮੂਵਮੈਂਟ ਨਹੀਂ ਹੈ। ਹਾਂ ਇਹ ਘਟ ਸਕਦੀ ਹੈ, ਵੱਧ ਸਕਦੀ। ਜਦੋਂ ਅਸੀਂ ਸੌਂ ਜਾਈਦਾ ਹੈ ਉਦੋਂ ਬਹੁਤ ਥਾਟਸ ਘੱਟ ਚੱਲਦੇ ਨੇ, ਲੇਕਿਨ ਜਦੋਂ ਇਹਦੀ ਕੁਆਲਿਟੀ ਅੱਛੀ ਨਹੀਂ ਹੈ ਥਾਟ ਸਾਡੇ ਦੀ ਜਿਹੜੀ ਸਾਡੀ ਸੋਚ ਹੈ ਅਗਰ ਉਹਦੀ ਕੁਆਲਿਟੀ ਠੀਕ ਨਹੀਂ ਹੈ ਤੇ ਸਾਨੂੰ ਇਦਾਂ ਦਾ ਫੀਲ ਹੁੰਦਾ ਹੈ, ਡਿਪਰੈਸ ਫੀਲ ਹੁੰਦਾ ਹੈ, ਸਟ੍ਰੈਸ ਫੀਲ ਹੁੰਦਾ ਹੈ। ਅਸੀਂ ਇੱਕ ਇਦਾਂ ਦੀ ਸਾਨੂੰ ਲਾਈਫ ਲੱਗਦਾ ਹੈ ਕਿ ਅਸੀਂ ਪਤਾ ਨਹੀਂ ਕਿੱਦਾਂ ਦਾ ਜੀਵਨ ਜੀ ਰਹੇ ਹਾਂ। ਔਰ ਜਦੋਂ ਇਹਦੀ ਸਪੀਡ ਘਟ ਜਾਂਦੀ ਹੈ ਥਾਟਸ ਦੀ ਫਿਰ ਉਹਦਾ ਮਤਲਬ ਕੀ ਹੈ ਕਿ ਤੁਸੀਂ ਬਹੁਤ ਅੱਛੇ ਵਿਚਾਰ ਤੁਹਾਡੇ ਮਾਈਂਡ ਚੱਲਦੇ ਨੇ। ਇਹਦਾ ਮਤਲਬ ਕੀ ਹੈ, ਸਿੰਪਲ ਇਹਦਾ ਮਤਲਬ ਹੈ ਕਿ ਆਪਾਂ ਇਸ ਪ੍ਰੋਸੈਸ ਨੂੰ ਸਮਝ ਕੇ ਆਪਣੀ ਸੋਚ ਨੂੰ ਬਦਲਣਾ ਹੈ। ਉਹਦਾ ऑब्जेक्टिव यही है अगर तुसी बहुत मीनिंगफुल लाइफ जीवन जीना। जी बिल्कुल। सो गल करते हैं साडे सोच दी, साडे विचारां दी, क्योंकि बहुत सारे हाँ पक्के विचार भी आते हैं साडे मन दे विच ते बहुत सारे ना पक्के विचार भी आते हैं। यानी कि इन्हां दोनों दा सुमेल हमेशा साडे मन दे विच रहिंदा। स्रोत की है इन्हां दा? देखो जिहड़ी
ਸਾਡੀ ਸੋਚ ਚੱਲਦੀ ਹੈ, ਜਿਹੜੇ ਸਾਡੇ ਵਿਚਾਰ ਆਉਂਦੇ ਨੇ, ਉਹਦਾ ਜਿਹੜਾ ਸੋਰਸ ਉਹਦਾ ਹੁੰਦਾ ਹੈ ਉਹ ਹੈ ਇਨਫੋਰਮੇਸ਼ਨ। ਇਨਫੋਰਮੇਸ਼ਨ ਜਿਹੜੀ ਚੀਜ਼ ਤੁਸੀਂ ਦੇਖਦੇ ਹੋ, ਪੜ੍ਹਦੇ ਹੋ, ਸੁਣਦੇ ਹੋ ਜੀ, ਉਹ ਤਿੰਨੋਂ ਚੀਜ਼ਾਂ ਜਿਹੜੀਆਂ ਤੁਸੀਂ ਕਰਦੇ ਹੋ ਉਹਦੇ ਨਾਲ ਸਾਡੇ ਵਿਚਾਰ ਪੈਦਾ ਹੁੰਦੇ ਨੇ। ਜਦੋਂ ਆਪਾਂ ਕਹਿ ਦਿੰਦਾ ਹੈ ਕਿ ਇਹ ਰॉ ਮਟੀਰੀਅਲ ਹੈ, ਜਦੋਂ ਆਪਾਂ ਦੇਖੀਦਾ ਹੈ ਕਿ ਆਪਾਂ ਫਿਜ਼ੀਕਲ ਬਾਡੀ ਲਈ ਆਪਾਂ ਨੂੰ ਫੂਡ ਦੀ ਜ਼ਰੂਰਤ ਹੈ, ਆਪਾਂ ਬ੍ਰੇਕਫਾਸਟ ਸਵੇਰੇ ਕਰਦੇ ਹਾਂ ਜੀ, ਇਸੇ ਤਰ੍ਹਾਂ ਜਿਹੜੀ ਸਾਡੀ ਸੋਚ ਹੈ ਉਹਦਾ ਜਿਹੜਾ ਰॉ ਮਟੀਰੀਅਲ ਹੈ, ਜਿੱਦਾਂ ਫਿਜ਼ੀਕਲ ਬਾਡੀ ਦਾ ਫੂਡ ਹੈ, ਇਹਦਾ ਜਿਹੜਾ ਰॉ ਮਟੀਰੀਅਲ ਡਾਈਟ ਹੁੰਦੀ ਹੈ ਉਹ ਹੈ ਇਨਫੋਰਮੇਸ਼ਨ ਜੀ। ਇਸ ਕਾਰਨ ਆਪਾਂ ਸਿਰਫ ਇਹ ਨਹੀਂ ਹੈ ਕਿ ਕੁਝ ਵੀ ਅਸੀਂ ਦੇਖ ਰਹੇ ਹਾਂ ਤਾਂ ਸਿਰਫ ਦੇਖ ਰਹੇ ਹਾਂ ਜੀ, ਆਪਾਂ ਬਹੁਤ ਧਿਆਨ ਨਾਲ ਦੇਖਣਾ ਹੈ, ਕਿਉਂਕਿ ਜਿੱਦਾਂ ਦੀ ਕੁਆਲਿਟੀ ਅਸੀਂ ਦੇਖ ਰਹੇ ਹਾਂ ਉਦਾਂ ਦੀ ਸਾਡੀ ਸੋਚ ਬਣੇਗੀ, ਔਰ ਜਿੱਦਾਂ ਦੀ ਸੋਚ ਬਣੇਗੀ ਉਦਾਂ ਦਾ ਜੀਵਨ ਬਣੇਗਾ। ਕਿਉਂਕਿ ਜਿਹੜੀ ਸੋਚ ਹੈ ਜਿਹੜੇ ਸਾਡੇ ਜੀਵਨ ਨੂੰ ਚਲਾਉਂਦੀ ਹੈ, ਔਰ ਜਦੋਂ ਤੁਹਾਡੀ ਸੋਚ ਬਹੁਤ ਪੋਜ਼ਿਟਿਵ ਹੋ ਜਾਏਗੀ ਤੁਹਾਡਾ ਸਾਰੀਆਂ ਚੀਜ਼ਾਂ ਨੂੰ ਦੇਖਣੇ ਦਾ ਨਜ਼ਰੀਆ ਬਦਲ ਜਾਏਗਾ। ਇਹ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਇਨਫੋਰਮੇਸ਼ਨ ਦਾ, ਕਿਉਂਕਿ ਇਹੀ ਸਾਡੀ ਇਨਫੋਰਮੇਸ਼ਨ ਜਿਹੜੀ ਹੈ ਇਹਦੇ ਨਾਲ ਹੀ ਸਾਰਾ ਕੁਝ ਅੱਗੇ ਹੋਣਾ ਜੀ। ਬਿਲਕੁਲ। ਅੱਛਾ, ਕਈ ਵਾਰੀ ਹੁੰਦਾ ਕਿ ਸਾਡੇ ਦਿਮਾਗ ਦੇ ਵਿੱਚ ਨਾ ਇੱਕ ਨਕਾਰਾਤਮਕ ਸੋਚ ਜਿਹੜੀ ਉਹ ਪੈਦਾ ਹੋ ਜਾਂਦੀ ਹੈ, ਮਾੜਾ ਜਿਹਾ ਕੁਝ ਵੀ ਸਾਡੇ ਮਤਲਬ ਸੋਚ ਤੋਂ ਪਰੇ ਹੋਇਆ, ਜਾਂ ਸਾਡੇ ਆਪਣੇ ਅਸੀਂ ਸੋਚੇ ਵੀ ਹਾਂ ਇਹ ਚੀਜ਼ ਹੋਣੀ ਹੈ, ਉਤੋਂ ਮਾੜਾ ਜਿਹਾ ਵੀ ਪਰਾ ਹੁੰਦਾ ਤੇ ਸਾਡੀ ਸੋਚ ਆਪਣੇ ਆਪ ਨਕਾਰਾਤਮਕ ਹੋ ਜਾਂਦੀ ਹੈ। ਉਹਨੂੰ ਸਕਾਰਾਤਮਕ ਕਰਨ ਦੇ ਵਾਸਤੇ ਕਿਹੜੇ ਕਿਹੜੇ ਕਾਰਜ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਨੇ? ਦੇਖੋ, ਸਭ ਤੋਂ ਇੰਪੋਰਟੈਂਟ ਕੀ ਹੈ, ਜਿਹੜੀ ਆਪਾਂ ਨੂੰ ਅੱਜ ਦਾ ਜਿਹੜਾ ਟਾਈਮ ਹੈ ਉਸ ਟਾਈਮ ਦੇ ਵਿੱਚ ਜਿਹੜੀ ਹੈ ਆਪਾਂ ਨੂੰ ਆਪਣੀ ਬਾਡੀ ਔਰ ਮਾਈਂਡ ਦੀ ਟੇਕ ਕੇਅਰ ਕਰਨੀ ਬਹੁਤ ਇੰਪੋਰਟੈਂਟ ਹੈ, ਜਿਸ ਟਾਈਮ 'ਚ ਅੱਜ ਆਪਾਂ ਸਾਰੇ ਹਾਂ। ਔਰ ਇਹ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਆਪਾਂ ਕਿੱਦਾਂ ਸੋਚਣਾ ਹੈ, ਜਾਂ ਆਪਣੇ ਜਿਹੜੇ ਥਾਟ ਨੇ ਉਹ ਜਿਹੜੇ ਨੈਗੇਟਿਵ ਜਿਹੜੇ ਨੇ, ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਉਹ ਚੱਲਦੇ ਨੇ, ਬਿਲਕੁਲ ਉਹਦੇ ਲਈ ਸਭ ਤੋਂ ਇੰਪੋਰਟੈਂਟ ਜਿਹੜੀ ਸਭ ਤੋਂ ਜ਼ਰੂਰੀ ਜਿਹੜੀ ਇੱਕ ਚੀਜ਼ ਦੀ ਆਪਾਂ ਨੂੰ ਨੀਡ ਹੈ, ਉਹ ਨੀਡ ਇਹੀ ਹੈ ਕਿ ਆਪਾਂ ਜਿਹੜੀ ਆਪਣੀ ਸੋਚ ਹੈ ਆਪਾਂ ਨੂੰ ਦੇਖਣਾ ਪਏਗਾ। ਦੇਖੋ, ਵਿਚਾਰ 4 ਟਾਈਪ ਦੇ ਹੁੰਦੇ ਨੇ। ਇੱਕ ਤਾਂ ਹੁੰਦੇ ਨੇ ਪੋਜ਼ਿਟਿਵ, ਜਦੋਂ ਪੋਜ਼ਿਟਿਵ ਵਿਚਾਰ ਚੱਲਣਗੇ ਫਿਰ ਸਾਡੀ ਜਿਹੜੀ ਸੋਚ ਹੈ ਉਹ ਸਾਨੂੰ ਇਦਾਂ ਦਾ ਫੀਲ ਕਰਾਏਗੀ ਜਿੱਦਾਂ ਤੁਸੀਂ ਬਹੁਤ ਖੁਸ਼ ਹੋ, ਤੁਸੀਂ ਬਹੁਤ ਸਟੇਬਲ ਹੋ। ਜਦੋਂ ਨੈਗੇਟਿਵ ਥਾਟ ਚੱਲਦੇ ਨੇ ਮਾਈਂਡ ਦੇ ਵਿੱਚ, ਉਦੋਂ ਸਾਨੂੰ ਬਹੁਤ ਡਿਪਰੈਸ ਫੀਲ ਅਸੀਂ ਕਰਦੇ ਹਾਂ। ਔਰ ਤੀਸਰੀ ਕੈਟਾਗਰੀ ਹੁੰਦੀ ਹੈ ਜਿਹਨੂੰ ਕਹੀਦਾ ਹੈ ਵੇਸਟ ਥਾਟ। ਵੇਸਟ ਥਾਟ ਉਹ ਹੁੰਦੇ ਨੇ ਜਿਹੜੇ ਤੁਸੀਂ ਆਪਣੇ ਫਿਊਚਰ ਬਾਰੇ ਜਾਂ ਪਾਸਟ ਬਾਰੇ ਗੱਲਾਂ ਕਰਦੇ ਹੋ, ਜਿਹੜੀ ਤੁਹਾਡੀ ਕੰਟਰੋਲ 'ਚ ਨਹੀਂ ਹੈ ਚੀਜ਼। ਜੀ ਬਿਲਕੁਲ। ਔਰ ਇਹ ਜਿਹੜੀਆਂ ਤਿੰਨੋਂ ਚੀਜ਼ਾਂ ਨੇ, ਇਹਦੇ ਨਾਲ ਇੱਕ ਥਾਟ ਜਿਹੜੇ ਹੋਰ ਹੁੰਦੇ ਨੇ ਉਹਨੂੰ ਕਹਿੰਦੇ ਨੇ ਨੈਸੈਸਰੀ ਥਾਟ। ਨੈਸੈਸਰੀ ਥਾਟ ਉਹ ਹੁੰਦੇ ਨੇ ਜਿਹੜੀ ਚੀਜ਼ ਸਾਨੂੰ ਨੈਸੈਸਰੀ ਹੈ। ਮੰਨ ਲਓ ਆਪਾਂ ਕਹੀਦਾ ਸਾਨੂੰ ਬ੍ਰੇਕਫਾਸਟ ਚਾਹੀਦਾ ਹੈ, ਉਹ ਇੱਕ ਨੈਸੈਸਰੀ ਥਾਟ ਹੈ। ਇਹ 4 ਤਰ੍ਹਾਂ ਦੇ ਥਾਟ ਨੇ। ਇਹਦੇ ਤੋਂ ਆਪਾਂ ਦੇਖਣਾ ਹੈ ਕਿ ਆਪਾਂ ਕਿਸ ਤੋਂ ਸ਼ਿਫਟ ਹੋਣਾ ਹੈ। ਅਗਰ ਸਾਡੀ ਸੋਚ ਹੀ ਨੈਗੇਟਿਵ ਚੱਲ ਰਹੀ ਹੈ ਤੇ ਆਪਾਂ ਨੂੰ ਕੈਟਾਗਰੀਜ਼ ਪਤਾ ਲੱਗ ਜਾਂਦੀ ਹੈ ਕਿ ਇਸ ਇਦਾਂ ਦੇ ਥਾਟ ਚੱਲ ਰਹੇ ਨੇ, ਇਹਦੀ ਕੁਆਲਿਟੀ ਠੀਕ ਨਹੀਂ ਹੈ, ਆਪਾਂ ਇਹਨੂੰ ਚੇਂਜ ਕਰਨਾ ਹੈ। ਬਿਲਕੁਲ। ਸੋ ਗੱਲ ਕਰਦੇ ਆ ਸਾਡੇ ਵਿਚਾਰਾਂ ਦੀ, ਕਿਉਂਕਿ ਕਈ ਤਰ੍ਹਾਂ ਦੇ ਵਿਚਾਰ ਮਨ ਵਿੱਚ ਆਉਂਦੇ ਨੇ। ਸਾਡਾ ਜਿਹੜਾ ਆਲਾ ਦੁਆਲਾ ਕਿ ਉਹ ਵੀ ਸਾਡੇ ਵਿਚਾਰਾਂ ਨੂੰ, ਸਾਡੀ ਥਾਟ ਨੂੰ ਪ੍ਰਭਾਵਿਤ ਕਰਦਾ ਹੈ? ਬਿਲਕੁਲ ਕਰਦਾ ਹੈ। ਦੇਖੋ, ਜਿਹੜੀ ਇੱਕ ਥਾਟ એનર્ਜੀ ਹੈ, ਜਿੰਨੇ ਵੀ ਆਪਾਂ এনवायरमेंट 'ਚ ਆਪਾਂ ਦੇਖਦੇ ਹਾਂ, ਤੁਸੀਂ ਦੇਖੋ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਅਗਰ ਆਪਾਂ ਦੇਖੀਏ, ਇਨਵਾਇਰਨਮੈਂਟ ਜਿਹੜਾ ਹੈ, ਆਪਾਂ ਹਰ ਚੀਜ਼ ਨੂੰ ਆਪਾਂ ਇਨਵਾਇਰਨਮੈਂਟ ਨੂੰ ਬਦਲਣੇ ਦੀ ਆਪਾਂ ਸੋਚ ਰਹੇ ਹਾਂ ਕਿ ਕਿੰਨਾ ਕਲਾਈਮੇਟ ਚੇਂਜਸ ਹੋ ਰਿਹਾ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂ, ਲੇਕਿਨ ਆਪਾਂ ਨੂੰ ਇਹ ਚੀਜ਼ ਸਮਝਣੀ ਪਏਗੀ ਇਹ ਕੋਈ ਆਊਟਰ ਚੀਜ਼ ਨਹੀਂ ਹੈ। ਇਹ ਆਪਣੀ ਇਨਰ ਜਿਹੜੀ ਗਰੋਥ ਹੈ ਉਹਦੇ ਨਾਲ ਇਹ ਸਭ ਕੁਝ ਚੇਂਜਸ ਆਏਗਾ। ਇਨਰ ਗਰੋਥ ਕਿੱਦਾਂ ਹੈ? ਕਿਉਂਕਿ ਜਿਹੜਾ ਇੱਕ ਸਾਡਾ ਵਿਚਾਰ ਹੈ ਉਹਦਾ ਸਭ ਤੋਂ ਪਹਿਲਾਂ ਜਿਹੜਾ ਇਫੈਕਟ ਹੈ ਉਹ ਸਾਡੀ ਫੀਲਿੰਗ ਤੇ ਹੁੰਦਾ ਹੈ, ਉਸ ਤੋਂ ਬਾਅਦ ਬਾਡੀ ਦੇ ਹਰ ਸੈੱਲ ਤੇ ਹੁੰਦਾ ਹੈ, ਉਸ ਤੋਂ ਬਾਅਦ ਜਿਨ੍ਹਾਂ ਬਾਰੇ ਤੁਸੀਂ ਸੋਚ ਰਹੇ ਹੋ ਉਸ ਰਿਲੇਸ਼ਨ ਦਾ ਹੁੰਦਾ ਹੈ, ਔਰ ਫੋਰਥ ਜਿਹੜਾ ਇਫੈਕਟ ਹੈ ਉਹ এনवायरमेंट ਤੇ ਹੁੰਦਾ ਹੈ। ਆਪਾਂ ਕਹਿੰਦਾ ਹੈ ਕਿ ਇਸ ਕੰਟਰੀ ਦੇ ਲੋਕ ਜਾਂ ਇਸ ਸ਼ਹਿਰ ਦੇ ਲੋਕ ਇਦਾਂ ਦੇ ਨੇ। ਉਹ ਕਿੱਦਾਂ ਪਤਾ ਲੱਗਦਾ ਹੈ? ਕਿਉਂਕਿ ਉਸ ਦਾ ਜਿਹੜਾ ਸਿਟੀ ਦਾ ਜਿਹੜਾ ਫੀਲਡ ਹੈ, એનર્ਜੀ ਫੀਲਡ ਹੈ, ਉਹ ਇੱਕ ਬਣ ਜਾਂਦਾ ਹੈ। ਕਿਉਂਕਿ ਅਗਰ ਉੱਥੇ 10 ਲੱਖ ਲੋਕ ਰਹਿੰਦੇ ਨੇ, ਉਹ 10 ਲੱਖ ਮਾਈਂਡ ਦੀ ਸੋਚ ਕਿਦਾਂ ਦੀ ਹੈ, ਉਹਦੇ ਨਾਲ ਉੱਥੇ ਦਾ এনवायरमेंट ਬਣਦਾ ਹੈ। ਜਦੋਂ ਹਰ ਇਨਸਾਨ ਆਪਣੀ ਸੋਚ ਨੂੰ ਬਦਲੇਗਾ, ਉਹਦੇ ਨਾਲ ਉਹ ਜਿਹੜਾ ਸ਼ਹਿਰ ਦਾ এনवायरमेंट ਹੈ ਉਹ ਆਪਣੇ ਆਪ ਤੁਸੀਂ ਦੇਖੋਗੇ ਉਹ ਚੇਂਜ ਹੋਣਾ ਸ਼ੁਰੂ ਹੋ ਜਾਏਗਾ। ਅਸੀਂ ਗੱਲ ਕਰਦੇ ਹਾਂ ਡਿਪਰੈਸ਼ਨ, ਇਹਦੇ ਵਿੱਚੋਂ ਬਾਹਰ ਕਿੱਦਾਂ ਨਿਕਲਿਆ ਜਾਵੇ? ਕਿਉਂਕਿ ਇਹਦੇ ਵਿੱਚ ਵੜ ਤਾਂ ਬੜੀ ਜਲਦੀ ਜਾਂਦੇ ਆ ਅਸੀਂ, ਪਰ ਇਹ ਤੋਂ ਬਾਹਰ ਨਿਕਲਣਾ ਕਈ ਵਾਰੀ ਬੜਾ ਔਖਾ ਜਿਹਾ ਲੱਗਦਾ ਹੈ। ਦੇਖੋ, ਡਿਪਰੈਸ਼ਨ ਜਿਹੜਾ ਸ਼ਬਦ ਹੈ, ਅੱਜ ਤੋਂ ਆਪਾਂ 25 ਸਾਲ ਪਹਿਲਾਂ ਅਗਰ ਗੱਲ ਕਰੀਏ ਤੇ ਆਪਾਂ ਨੂੰ ਸਿਰਫ ਥੋੜੀ ਟੈਨਸ਼ਨ ਹੁੰਦੀ ਸੀ ਜਦੋਂ ਉਹ ਵੀ ਐਗਜ਼ਾਮ ਹੁੰਦੇ ਸੀ। ਉਸ ਤੋਂ ਬਾਅਦ ਥੋੜੇ ਸਾਲਾਂ ਬਾਅਦ ਫਿਰ ਇਹ ਸ਼ਬਦ ਸਟ੍ਰੈਸ ਦੇ ਵਿੱਚ ਬਦਲ ਗਿਆ। ਹੁਣ ਜਿਹੜਾ ਹੈ ਇਹ ਡਿਪਰੈਸ਼ਨ ਸ਼ਬਦ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਡਿਪਰੈਸ਼ਨ ਦਾ ਮਤਲਬ ਕੀ ਹੈ? ਕਿ ਸਾਨੂੰ ਲਗਾਤਾਰ ਫੀਲ ਹੁੰਦਾ ਹੈ ਕਿ ਸਾਡੀ ਜਿਹੜੀ ਲਾਈਫ ਹੈ ਉਹ ਕੁਝ ਨਹੀਂ ਹੈ,
ਸੈਡਨੈਸ ਦੀ ਸਾਨੂੰ ਫੀਲਿੰਗ ਆਉਂਦੀ ਹੈ, ਲਗਾਤਾਰ ਕਨਸਟੈਂਟ ਆਉਂਦੀ ਰਹਿੰਦੀ ਹੈ, ਦਿਨ ਰਾਤ ਆਉਂਦੀ ਹੈ ਜੀ। ਔਰ ਇਹਦਾ ਜਿਹੜਾ ਸਭ ਤੋਂ ਜ਼ਿਆਦਾ ਇਫੈਕਟ ਹੈ ਉਹ ਵੂਮਨ ਦੇ ਉੱਪਰ ਜ਼ਿਆਦਾ ਹੋ ਰਿਹਾ ਹੈ। ਬਿਲਕੁਲ। ਔਰ ਇਹਦੇ ਲਈ ਅੱਜ ਦੇ ਟਾਈਮ ਦੇ ਵਿੱਚ ਦੇਖੋ ਸਭ ਤੋਂ ਜ਼ਰੂਰੀ ਕੀ ਹੈ, ਅੱਜ ਅਗਰ ਆਪਾਂ ਦੇਖੀਏ ਕਿ ਆਪਣੀ ਸਟਰੈਂਥ ਆਪਾਂ ਫਿਜ਼ੀਕਲੀ ਬਣਾਉਣੀ ਹੈ ਤੇ ਆਪਾਂ ਨੂੰ ਆਪਣੀ ਫਿਜ਼ੀਕਲ ਸਿਹਤ ਦਾ ਧਿਆਨ ਰੱਖਣਾ ਪਏਗਾ, ਅੱਛਾ ਖਾਣਾ ਖਾਣਾ ਪਏਗਾ, ਐਕਸਰਸਾਈਜ਼ ਕਰਨੀ ਪਏਗੀ ਜੀ। ਇਸੇ ਤਰ੍ਹਾਂ ਅਗਰ ਆਪਾਂ ਮੈਂਟਲ ਹੈਲਥ ਜਿਹੜੀ ਹੈ ਉਹਨੂੰ ਆਪਾਂ ਇਮੋਸ਼ਨਲ ਹੈਲਥ ਪਹਿਲਾਂ ਤੋਂ ਅਗਰ ਆਪਾਂ ਠੀਕ ਕਰ ਲਈਏ, ਕਿਉਂਕਿ ਅੱਜ ਹਰ ਦਿਨ ਜਿਹੜੀ ਇਮੋਸ਼ਨਲ ਹੈਲਥ ਹੈ ਉਹ ਡਾਊਨ ਜਾ ਰਹੀ ਹੈ। ਇਸ ਕਾਰਨ ਜਿਹੜਾ ਇਹ ਡਿਪਰੈਸ਼ਨ ਹੈ ਇਹ ਤਾਂ ਹੀ ਹਟੇਗਾ ਜਦੋਂ ਇੱਕ ਤਾਂ ਸਭ ਤੋਂ ਇੰਪੋਰਟੈਂਟ ਕੀ ਹੈ ਕਿ ਜਿਹੜਾ ਬਹੁਤ ਹੀ ਪੋਜ਼ਿਟਿਵ ਕੰਟੈਂਟ ਹੈ ਉਹ ਡੇਲੀ ਬੇਸਿਸ ਤੇ ਮਿਲਣਾ ਚਾਹੀਦਾ ਹੈ, ਕਿਉਂਕਿ ਬਹੁਤ ਵੱਡਾ ਚੇਂਜ ਜਦੋਂ ਤੁਸੀਂ ਕਰਨਾ ਹੈ ਲਾਈਫ 'ਚ ਉਹਦੇ ਲਈ ਬਹੁਤ ਵੱਡੇ ਸਟੈਪ ਨਹੀਂ ਚਾਹੀਦੇ, ਲੇਕਿਨ ਡੇਲੀ ਛੋਟੇ ਛੋਟੇ ਸਟੈਪ ਚਾਹੀਦੇ ਨੇ। ਤੁਸੀਂ ਦੇਖੋ ਇਹ ਪ੍ਰੋਗਰਾਮ ਹੈ ਇਹ ਡੇਲੀ ਆਂਦਾ ਹੈ। ਇਹ ਡੇਲੀ ਕਿਉਂ ਆਂਦਾ ਹੈ? ਕਿਉਂਕਿ ਇਹ ਪੋਜ਼ਿਟਿਵ ਕੰਟੈਂਟ ਜਿਹੜਾ ਹੈ ਉਹ ਡੇਲੀ ਜਦੋਂ ਹਰ ਇਨਸਾਨ ਕੰਜ਼ਿਊਮ ਕਰੇਗਾ ਉਹਦਾ ਲਾਈਫ ਜਿਹੜੀ ਹੈ ਇੱਕ ਬਹੁਤ ਵੱਡਾ ਟਰਾਂਸਫਾਰਮੇਸ਼ਨ ਆਂਦਾ ਹੈ। ਇਸੇ ਤਰ੍ਹਾਂ ਦੇ ਨਾਲ ਜਦੋਂ ਆਪਾਂ ਜਿਹੜਾ ਇਹ ਡਿਪਰੈਸ਼ਨ ਹੈ, ਸਭ ਤੋਂ ਪਹਿਲਾ ਸ਼ਬਦ ਜਿਹੜਾ ਹੈ ਫੈਮਿਲੀ ਮੈਂਬਰਸ ਨੂੰ, ਜਿਹਨੂੰ ਵੀ ਡਿਪਰੈਸ਼ਨ ਹੈ ਫੈਮਿਲੀ ਦੇ ਵਿੱਚ, ਉਹਨੂੰ ਇਹ ਕਹਿਣਾ ਪਏਗਾ ਕਿ ਇਹ ਤੋਂ ਬਾਹਰ ਨਿਕਲਣਾ ਬਹੁਤ ਆਸਾਨ ਹੈ। ਕਿਉਂਕਿ ਜਦੋਂ ਆਪਾਂ ਗੱਲ ਹੀ ਇਦਾਂ ਕਰਦੇ ਹਾਂ, ਥਾਟ ਹੀ ਸਾਡੇ ਇਦਾਂ ਦੇ ਹੁੰਦੇ ਨੇ ਕਿ ਅਸੀਂ ਇਹ ਤਾਂ ਬਹੁਤ ਮੁਸ਼ਕਿਲ ਹੈ, ਇਹ ਤਾਂ ਡਿਪਰੈਸ਼ਨ ਹੋ ਗਿਆ ਹੈ, ਇਹ ਕਿੱਦਾਂ ਹੋਏਗਾ, ਇਦਾਂ ਦੇ ਵਿਚਾਰ ਨਹੀਂ ਚਲਾਣੇ ਹੈ। ਜਦੋਂ ਇਦਾਂ ਦੇ ਵਿਚਾਰ ਫੈਮਿਲੀ 'ਚ ਚੱਲਣਗੇ ਉਹਨਾਂ 'ਚੋਂ ਬਾਹਰ ਨਿਕਲਣਾ ਬਹੁਤ ਟਫ ਹੋ ਜਾਂਦਾ ਹੈ। ਤੁਸੀਂ ਇਸ ਗੱਲ ਨੂੰ ਸਭ ਤੋਂ ਫਸਟ ਜਿਹੜਾ ਥਾਟ ਤੁਸੀਂ ਉਹਨਾਂ ਨੂੰ ਕਹਿਣਾ ਹੈ ਕਿ ਇਹ ਤਾਂ ਬਹੁਤ ਆਸਾਨ ਹੈ, ਤੁਸੀਂ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਲਾਈਫ ਦੇ ਵਿੱਚ, ਇਹ 'ਚੋਂ ਬਾਹਰ ਨਿਕਲਣਾ ਤਾਂ ਬਹੁਤ ਈਜ਼ੀ ਹੈ, ਕੁਝ ਨਹੀਂ ਕਰਨਾ, ਥੋੜਾ ਜਿਹਾ ਅੱਛੀ ਇਨਫੋਰਮੇਸ਼ਨ ਲੈਣੀ ਹੈ ਔਰ ਤੁਸੀਂ ਆਪਣੇ ਮਾਈਂਡ ਦੀ ਟੇਕ ਕੇਅਰ ਕਰਨੀ ਹੈ। ਜਦੋਂ ਤੁਸੀਂ ਥੋੜਾ ਟਾਈਮ ਲਗਾਤਾਰ ਇਹ ਕੰਮ ਕਰੋਗੇ ਤੁਸੀਂ ਦੇਖੋਗੇ ਕਿ ਤੁਸੀਂ ਉਦਾਂ ਦਾ ਜੀਵਨ ਜੀਓਗੇ ਕਿ ਵੱਡੇ ਵੱਡੇ ਲੋਕ ਜਿਹੜੇ ਡਿਪਰੈਸ਼ਨ 'ਚ ਨੇ ਉਹਨਾਂ ਨੂੰ ਇਨਸਪਾਇਰ ਕਰਕੇ ਉਹਨਾਂ ਨੂੰ ਉਹ 'ਚੋਂ ਬਾਹਰ ਕੱਢੋਗੇ। ਇਦਾਂ ਦੀ ਤੁਹਾਡੀ ਸੋਚ ਡਿਵੈਲਪ ਹੋ ਜਾਏਗੀ ਔਰ ਚੀਜ਼ਾਂ ਨੂੰ ਦੇਖਣੇ ਦਾ ਤੁਹਾਡਾ ਨਜ਼ਰੀਆ ਬਦਲ ਜਾਏਗਾ। ਸਿਰਫ ਤੁਸੀਂ ਇਮੋਸ਼ਨਲ ਡਾਈਟ ਆਪਣੀ ਬਦਲਣੀ ਹੈ, ਹੋਰ ਕੁਝ ਨਹੀਂ ਕਰਨਾ। ਬਿਲਕੁਲ। ਤੁਸੀਂ ਗੱਲ ਕੀਤੀ ਔਰਤਾਂ ਦੀ, ਤੁਸੀਂ ਕਿਹਾ ਕਿ ਸਭ ਤੋਂ ਜ਼ਿਆਦਾ ਜਿਹੜਾ ਡਿਪਰੈਸ਼ਨ ਹੈ ਨਾ ਉਹ ਔਰਤਾਂ ਨੂੰ ਹੁੰਦਾ ਹੈ। ਕਾਰਨ ਕੀ ਹੈ ਇਹਦੇ ਪਿੱਛੇ? ਇਹਦੇ ਪਿੱਛੇ ਕਾਰਨ ਇਹੀ ਹੈ, ਦੇਖੋ ਸਭ ਤੋਂ ਵੱਡਾ ਕਾਰਨ ਤਾਂ ਹੈ ਕਿ ਬਹੁਤ ਸਾਰਾ ਕਨਫਲਿਕਟ ਹੈ ਰਿਲੇਸ਼ਨਸ਼ਿਪਸ ਦੇ ਵਿੱਚ ਜੀ। ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਜਿਹੜੀ ਕੁਆਲਿਟੀ ਹੈ ਸਾਡੀ ਸੋਚ ਦੀ ਜੀ, ਇਹਦੇ ਬਾਰੇ ਬਹੁਤ ਜ਼ਿਆਦਾ ਹਜੇ ਅਵੇਅਰਨੈਸ ਨਹੀਂ ਹੈ, ਕਿਉਂਕਿ ਅਸੀਂ ਸਾਰਾ ਆਊਟਰ ਵਰਲਡ ਦੇ ਬਾਰੇ ਸਾਨੂੰ ਹਰ ਜਗ੍ਹਾ ਇਨਫੋਰਮੇਸ਼ਨ ਮਿਲ ਰਹੀ ਹੈ, ਲੇਕਿਨ ਸਾਡੇ ਜਿਹੜੇ ਅੰਦਰ ਸਿਸਟਮ 'ਚ ਕੰਮ ਕਰ ਰਿਹਾ ਹੈ, ਜਿਹੜੀ ਸਾਡੀ ਇੰਟਰਨਲ ਗਰੋਥ ਹੈ ਉਹਦੇ ਵੱਲ ਬਹੁਤ ਜ਼ਿਆਦਾ ਕਿਸੇ ਦਾ ਧਿਆਨ ਨਹੀਂ ਹੈ। ਇਸ ਕਾਰਨ ਜਦੋਂ ਅਸੀਂ ਉਹਦਾ ਧਿਆਨ ਰੱਖਣਾ, ਕਿਉਂਕਿ ਪਹਿਲਾਂ ਇਦਾਂ ਦਾ ਟਾਈਮ ਸੀ ਜਿਹਦੇ ਵਿੱਚ ਸਾਡੀ ਐਵਰੇਜ ਜਿਹੜੀ ਇਮੋਸ਼ਨਲ ਹੈਲਥ ਹੈ ਉਹ ਚੱਲ ਸਕਦੀ ਸੀ, ਲੇਕਿਨ ਹੁਣ ਇਦਾਂ ਦਾ ਟਾਈਮ ਹੈ ਕਿ ਹੁਣ ਅਸੀਂ ਐਵਰੇਜ ਤੇ ਨਹੀਂ ਚੱਲ ਸਕਦੇ। ਸਾਨੂੰ ਆਪਣੀ ਸੋਚ ਜਿਹੜੀ ਹੈ ਬਹੁਤ ਪਿਓਰ ਤੇ ਪਾਵਰਫੁਲ ਬਣਾਉਣੀ ਪਏਗੀ, ਤਾਂ ਹੀ ਅਸੀਂ ਆਪਣੀ ਲਾਈਫ ਦੇ ਵਿੱਚ ਅਸੀਂ ਹੈਪੀਨੈਸ ਅਚੀਵ ਕਰਾਂਗੇ ਜਾਂ ਇਹ ਸਟੇਬਲ ਜਿਹੜਾ ਲਾਈਫ ਹੈ ਉਹਨੂੰ ਜੀ ਪਾਵਾਂਗੇ ਜੀ। ਔਰ ਅਕਸਰ ਗੱਲ ਕਰਦੇ ਹਾਂ ਅਸੀਂ ਸਫਲਤਾ ਦੀ, ਔਰ ਹਰੇਕ ਬੱਚਾ ਬਜ਼ੁਰਗ ਵੱਡਾ ਸਫਲਤਾ ਦਾ ਜ਼ਿਕਰ ਕਰਦਾ ਹੈ। ਸਫਲਤਾ ਦੇ ਵਾਸਤੇ ਸਕਾਰਾਤਮਕ ਸੋਚ ਜਿਹੜੀ ਹੈ ਉਹ ਕਿਵੇਂ ਪ੍ਰਭਾਵਿਤ ਕਰਦੀ ਹੈ? ਦੇਖੋ ਸਫਲਤਾ ਜਿਹੜੀ ਹੈ, ਪਹਿਲਾਂ ਤਾਂ ਸਾਨੂੰ ਇਹਦਾ ਮੀਨਿੰਗ ਸਮਝਣਾ ਪਏਗਾ ਕਿ ਸਕਸੈਸ ਹੈ ਕੀ ਹੈ। ਦੇਖੋ ਬਹੁਤ ਲੋਕਾਂ ਲਈ ਤਰੱਕੀ ਦਾ ਜਿਹੜਾ ਮਤਲਬ ਹੈ ਉਹ ਹੈ ਕਿ ਜਿਹੜਾ ਆਪਣੇ ਅੱਛੇ ਮਾਰਕਸ ਲੈਣੇ ਹੈ ਸਟੂਡੈਂਟ ਲਈ, ਉਹਨਾਂ ਲਈ ਉਹੀ ਸਫਲਤਾ ਹੈ ਜੀ। ਔਰ ਜਦੋਂ ਉਸ ਤੋਂ ਬਾਅਦ ਇੱਕ ਕੈਰੀਅਰ ਦੇ ਵਿੱਚ ਬਹੁਤ ਅੱਛੀ ਪੋਜੀਸ਼ਨ ਤੇ ਪਹੁੰਚਣਾ ਹੈ ਉਹ ਸਫਲਤਾ ਹੈ। ਉਸ ਤੋਂ ਬਾਅਦ ਅਚੀਵਮੈਂਟਸ ਕਰਨੀਆਂ ਨੇ ਜਾਂ ਬਹੁਤ ਸਾਰਾ ਤੁਸੀਂ ਫਾਈਨੈਂਸ਼ੀਅਲ ਫਰੀडम ਅਚੀਵ ਕਰਨੀ ਹੈ ਲਾਈਫ ਦੇ ਵਿੱਚ, ਤੁਸੀਂ ਬਹੁਤ ਸਾਰਾ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਅਚੀਵਮੈਂਟ ਕਰਨੀ ਹੈ। ਇੱਕ ਤਾਂ ਇਹ ਡੈਫੀਨੇਸ਼ਨ ਇੱਥੇ ਜਿਹੜੀ ਹੈ ਇਹਨੂੰ ਸਫਲਤਾ ਲੋਕ ਕਹਿੰਦੇ ਨੇ, ਲੇਕਿਨ ਸਫਲਤਾ ਐਕਚੁਅਲ ਵਿੱਚ ਆਪਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਅਚੀਵ ਕਰਨੀਆਂ ਨੇ। ਇਹਦੇ ਨਾਲ ਆਪਾਂ ਹੋਰ ਐਡ ਔਨ ਕੀ ਕਰਨਾ ਹੈ ਕਿ ਆਪਾਂ ਹੈਪੀਨੈਸ ਵੀ ਅਚੀਵ ਕਰਨੀ ਹੈ, ਰਿਲੇਸ਼ਨਸ਼ਿਪ ਵੀ ਅਚੀਵ ਕਰਨੇ ਨੇ ਔਰ ਅੱਛੀ ਹੈਲਥ ਵੀ ਅਚੀਵ ਕਰਨੀ ਹੈ। ਜਦੋਂ ਇਹ ਚਾਰੋਂ ਚੀਜ਼ਾਂ ਦਾ ਵਿਕਾਸ ਹੋਏਗਾ ਫਿਰ ਹੀ ਸਾਡੀ ਬੈਲੈਂਸ ਲਾਈਫ ਹੋਏਗੀ, ਤਾਂ ਹੀ ਸਾਡਾ ਹਰ ਏਰੀਆ ਦੇ ਵਿੱਚ ਜਿਹੜਾ ਪਰਿਵਰਤਨ ਸਾਡੀ ਲਾਈਫ 'ਚ ਹੋਏਗਾ। ਔਰ ਇਸ ਕਾਰਨ ਜਿਹੜੀ ਸਫਲਤਾ ਹੈ ਉਹਦੇ ਵਿੱਚ ਇਹਦਾ ਰੋਲ ਇਸੇ ਲਈ ਬਹੁਤ ਇੰਪੋਰਟੈਂਟ ਹੈ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਫਾਊਂਡੇਸ਼ਨ ਹੈ ਸਾਡੀ ਤਰੱਕੀ ਦੀ ਉਹ ਸਾਡੇ ਵਿਚਾਰ ਨੇ, ਉਹ ਸਾਡੀ ਸੋਚ ਹੈ। ਇਸ ਕਾਰਨ ਅਗਰ ਜਿੰਨੀ ਅੱਛੀ ਕੁਆਲਿਟੀ ਸਾਡੀ ਸੋਚ ਦੀ ਹੋਏਗੀ ਉਨਾ ਹੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਾਡੀ ਸਕਸੈਸ ਜਿਹੜੀ ਹੈ ਉਨੀ ਜ਼ਿਆਦਾ ਤੁਸੀਂ ਤਰੱਕੀ ਲਓਗੇ। ਸਾਡਾ ਕੰਪੀਟੀਸ਼ਨ ਨਹੀਂ ਹੈ ਕਿਸੇ ਨਾਲ। ਦੇਖੋ ਇਹ ਜਿਹੜੀ ਲਾਈਫ ਹੈ ਇੱਕ ਜਰਨੀ ਹੈ, ਰੇਸ ਨਹੀਂ ਹੈ। ਤੁਸੀਂ ਦੇਖੋ ਕਿ ਲਾਈਫ ਦੇ ਵਿੱਚ ਆਪਾਂ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਨਾ, ਕੰਪੀਟ ਨਹੀਂ ਕਰਨਾ ਹੈ। ਸਾਡੀ ਸਫਲਤਾ ਕੀ ਹੈ ਕਿ ਆਪਾਂ ਆਪਣੀ ਵੀਕਨੈਸ ਔਰ ਸਟਰੈਂਥ ਜਿਹੜੀਆਂ ਨੇ, ਵੀਕਨੈਸ ਕਿੰਨੀਆਂ ਘੱਟ ਕੀਤੀਆਂ ਨੇ ਔਰ ਸਟਰੈਂਥ ਜਿਹੜੀਆਂ ਨੇ ਉਹਨਾਂ ਨੂੰ ਕਿੰਨਾ ਵਧਾਇਆ ਹੈ, ਉਹ ਸਾਡੇ ਲਈ ਉਹੀ ਤਰੱਕੀ ਹੈ। ਅੱਜ ਜਿਹੜੀ ਇੱਕ ਬਹੁਤ ਵੱਡਾ ਜਿਹੜਾ ਇੱਕ ਪ੍ਰੋਗਰਾਮਿੰਗ ਹੋ ਗਈ ਹੈ, ਬਹੁਤ ਡੀਪ ਪ੍ਰੋਗਰਾਮਿੰਗ ਹੈ
ਕਿ ਜਿਹੜੇ ਲੋਕ ਨੇ ਉਹਨਾਂ ਨਾਲ ਆਪਾਂ ਕੰਪੀਟ ਕਰਨਾ ਹੈ। ਜੀ। ਕੰਪੀਟ ਨਹੀਂ ਕਰਨਾ ਹੈ, ਜੀ। ਤੁਸੀਂ ਆਪਣੀ ਕੈਪੈਸਿਟੀ ਦੇ ਨਾਲ ਕੰਪੀਟ ਕਰਨਾ ਹੈ। ਔਰ ਜਿੰਨੇ ਵੀ ਲੋਕ ਦੁਨੀਆ 'ਚ ਸਫਲ ਹੋਏ ਨੇ ਜਾਂ ਵੱਡੀ ਵੱਡੀ ਇਨਵੈਂਸ਼ਨਸ ਕੀਤੀਆਂ ਨੇ, ਉਹਨਾਂ ਨੇ ਆਪਣੀ ਵੀਕਨੈਸ ਔਰ ਆਪਣੀ ਸਟਰੈਂਥ ਨੂੰ ਹੀ ਦੇਖਿਆ ਹੈ। ਜੀ, ਜਦੋਂ ਅਸੀਂ ਨਕਾਰਾਤਮਕ ਸੋਚ ਦੀ ਗੱਲ ਕਰਦੇ ਹਾਂ, ਨਾ ਪੱਖੀ ਸੋਚ ਦੀ ਗੱਲ ਕਰਦੇ ਹਾਂ, ਲੱਗਦਾ ਹੈ ਕਿ ਨਾ ਪੱਖੀ ਸੋਚ ਵੀ ਸਫਲਤਾ ਦਾ ਰਸਤਾ ਜਿਹੜਾ ਦੁਆਰ ਆ ਉਹਨੂੰ ਖੋਲ ਸਕਦੀ ਹੈ। ਬਿਲਕੁਲ, ਦੇਖੋ ਇਹਦਾ ਜਿਹੜਾ ਇੱਕ ਉਦਾਹਰਨ ਕੀ ਹੈ ਕਿ ਨਾ ਪੱਖੀ ਦਾ ਮਤਲਬ ਸਿੰਪਲ ਜਿਹਾ ਆਪਾਂ ਸਮਝਣਾ ਹੈ, ਜਦੋਂ ਇੱਕ ਇਨਸਾਨ ਦੀ ਜਿਹੜੀ ਜਦੋਂ ਸੋਚ ਬਦਲ ਜਾਂਦੀ ਹੈ, ਉਦੋਂ ਉਸ ਇਨਸਾਨ ਨੂੰ ਚੀਜ਼ਾਂ ਨੂੰ ਦੇਖਣੇ ਦਾ ਨਜ਼ਰੀਆ ਉਹਦਾ ਬਦਲ ਜਾਂਦਾ ਹੈ। ਤੁਸੀਂ ਦੇਖੋ, ਇੱਕ ਇਨਸਾਨ ਹੈ, ਉਹਦੇ ਕੋਲ ਜਦੋਂ ਸਿਚੁਏਸ਼ਨਸ ਪ੍ਰੋਬਲਮਸ ਆਉਂਦੀਆਂ ਨੇ, ਉਹ ਕਿੱਦਾਂ ਡਿਪਰੈਸ ਹੋ ਜਾਂਦਾ ਹੈ। ਜੀ। ਲੇਕਿਨ ਇੱਕ ਇਨਸਾਨ ਜਿਹੜਾ ਹੈ ਉਹ ਪਰਮਾਤਮਾ ਦਾ ਥੈਂਕਸ ਕਰਦਾ ਹੈ ਕਿ ਇਹ ਪ੍ਰੋਬਲਮਸ ਮੇਰੇ ਕੋਲ ਤੁਸੀਂ ਭੇਜੀਆਂ ਨੇ, ਇਹਨਾਂ ਤੋਂ ਮੈਂ ਇੰਨਾ ਕੁਝ ਸਿੱਖਿਆ ਹੈ, ਉਹਦੇ ਨਾਲ ਮੈਂ ਇਹ ਇਨਵੈਂਸ਼ਨ ਕਰ ਦਿੱਤੀ ਹੈ। ਕਹਿਣੇ ਦਾ ਮਤਲਬ ਕੀ ਹੈ ਕਿ ਇੱਕੋ ਹੀ ਫੇਲਿਅਰ ਹੈ, ਲੇਕਿਨ ਦੋ ਤਰ੍ਹਾਂ ਨਾਲ ਉਹਨੂੰ ਦੇਖਣੇ ਦਾ ਨਜ਼ਰੀਆ ਹੈ। ਇਸ ਕਾਰਨ ਆਪਾਂ ਇਹ ਚੀਜ਼ ਨੂੰ ਦੇਖਣਾ ਹੈ, ਜਦੋਂ ਕੋਈ ਵੀ ਇਨਸਾਨ ਹੈ, ਮੰਨ ਲਓ ਕਿ ਕੋਈ ਵੀ ਚੀਜ਼ ਹੈ, ਉਹਨੂੰ ਪੋਜ਼ਿਟਿਵ ਦੇ ਨਾਲ ਨਾਲ ਜਦੋਂ ਉਹਦੇ ਵਿੱਚ ਉਹ ਦੇਖਦੇ ਨੇ ਕਿ ਅਗਰ ਇਹ ਚੀਜ਼ ਦੇ ਬਜਾਏ ਇਦਾਂ ਹੋ ਗਿਆ ਫਿਰ ਕੀ ਹੋਏਗਾ, ਉਹਦੇ ਨਾਲ ਉਹ ਦੇਖਣੇ ਦਾ ਜਿਹੜਾ ਤਰੀਕਾ ਉਹਨਾਂ ਦਾ ਹੈ ਉਹ ਹੁੰਦਾ ਪੋਜ਼ਿਟਿਵ ਹੀ ਹੈ। ਲੇਕਿਨ ਉਹਨੂੰ ਜਿਹੜੀ ਆਬਜੈਕਸ਼ਨਸ ਹੈ, ਉਹਨੂੰ ਰਿਜੈਕਸ਼ਨਸ ਨੂੰ ਖਤਮ ਕਰਨੇ ਦੇ ਲਈ ਉਹ ਉਹਨਾਂ ਨੂੰ ਦੇਖਣੇ ਦਾ ਜਿਹੜਾ ਤਰੀਕਾ ਹੈ ਉਹ ਉਹਨਾਂ ਦਾ ਚੇਂਜ ਹੋ ਜਾਂਦਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਉਹ ਇੱਕ ਨੈਗੇਟਿਵ ਥਿੰਕਿੰਗ ਵੱਲ ਸੋਚ ਰਹੇ ਨੇ, ਲੇਕਿਨ ਉਹਨਾਂ ਦੀ ਸੋਚ ਇਦਾਂ ਦੀ ਹੁੰਦੀ ਹੈ, ਬਹੁਤ ਵਿਜ਼ਨਰੀ ਉਹ ਹੁੰਦੇ ਨੇ। ਜਦੋਂ ਉਹ ਉਸੇ ਨੈਗੇਟਿਵਿਟੀ ਨੂੰ ਜਿਹੜੀ ਹੈ ਉਹ ਖਤਮ ਕਰਨੇ ਦੇ ਲਈ ਉਹ ਇੱਕ ਅਲੱਗ ਤੋਂ ਇੱਕ ਕੰਫਰਟ ਸਾਨੂੰ ਬਣਾ ਕੇ ਦਿੰਦੇ। ਜੀ, ਕਹਿਣ ਦਾ ਭਾਵ ਕਿ ਜਿੱਦਾਂ ਇੱਕ ਹਵਾਈ ਜਹਾਜ਼ ਚਾਲਕ ਆ, ਉਹ ਹਵਾਈ ਜਹਾਜ਼ ਚਲਾਉਂਦਾ ਪਿਆ, ਇੱਕ ਨੈਗੇਟਿਵਿਟੀ ਆਈ ਕਿ ਜੇ ਕ੍ਰੈਸ਼ ਹੋ ਗਿਆ ਫਿਰ ਕੀ ਹੋਏਗਾ। ਪੈਰਾਸ਼ੂਟ ਦੀ ਇਜਾਦ ਮੈਨੂੰ ਲੱਗਦਾ ਉਹਦੇ ਵਾਸਤੇ ਹੀ ਹੋਈ ਕਿ ਬਚਣ ਦੇ ਵਾਸਤੇ ਇੱਕ ਪੋਜ਼ਿਟਿਵਿਟੀ ਇਹ ਵੀ ਹੈਗੀ ਹੈ ਕਿ ਅਸੀਂ ਬਚ ਸਕਦੇ ਹਾਂ। ਬਿਲਕੁਲ ਬਿਲਕੁਲ। ਦੇਖੋ, ਇੱਕ ਇਨਸਾਨ ਇਸ ਲਈ ਫਲਾਈ ਨਹੀਂ ਕਰ ਰਿਹਾ ਕਿ ਸ਼ਾਇਦ ਇੱਕ ਕ੍ਰੈਸ਼ ਹੋ ਜਾਏਗਾ, ਲੇਕਿਨ ਉਹਨਾਂ ਨੇ ਜਦੋਂ ਉਹਨੂੰ ਬਣਾਇਆ ਪੈਰਾਸ਼ੂਟ ਨੂੰ, ਉਹ ਇਸ ਸੋਚਣਾ ਹੀ ਬਣਾਇਆ ਸੀ ਕਿਉਂਕਿ ਉਹਦੇ ਵਿੱਚ ਵੀ ਉਹਨਾਂ ਨੂੰ ਪੋਜ਼ਿਟਿਵਿਟੀ ਦਿਖੀ ਕਿ ਅਗਰ ਇਦਾਂ ਹੋ ਜਾਏਗਾ ਫਿਰ ਆਪਸ਼ਨ ਕੀ ਹੈ। ਕਿਉਂਕਿ ਜਿਹੜੇ ਵਿਨਰਸ ਨੇ ਜਾਂ ਚੈਂਪੀਅਨਸ ਨੇ ਜਾਂ ਕੋਈ ਵੀ ਸਕਸੈਸਫੁਲ ਇਨਸਾਨ ਹੈ, ਉਹ ਹਮੇਸ਼ਾ ਸੋਲੂਸ਼ਨ ਦੇਖਦੇ ਨੇ। ਉਹ ਹਮੇਸ਼ਾ ਜਿਹੜਾ ਹੈ ਉਹ ਦੇਖਦੇ ਨੇ ਕਿ ਇਸ ਤੋਂ ਬੈਸਟ ਕਿੱਦਾਂ ਦੁਨੀਆ ਨੂੰ ਅਸੀਂ ਸਰਵ ਕਰ ਸਕਦੇ। ਬਿਲਕੁਲ। ਅੱਛਾ, ਕਈ ਵਾਰੀ ਮਾਈਂਡ ਦੇ ਵਿੱਚ ਇਹ ਆਂਦਾ, ਦਿਮਾਗ ਦੇ ਵਿੱਚ ਬੰਦੇ ਦੇ ਇਹ ਆਂਦਾ ਕਿ ਮੈਂ ਕਿੱਥੇ ਖਾਣਾ ਅੱਜ, ਮੇਰੇ ਕੋਲ ਬਹੁਤ ਸਾਰੀਆਂ ਆਪਸ਼ਨਸ ਨੇ, ਬਹੁਤ ਸਾਰੇ ਰਸਤੇ ਨੇ, ਮੇਰੇ ਕੋਲ 10-12 ਰਸਤੇ, ਮੈਂ ਇੱਧਰ ਜਾਵਾਂ ਜਾਂ ਇੱਧਰ ਜਾਵਾਂ, ਪਰ ਉਹਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਜਾਵਾਂ ਕਿੱਧਰ। ਅਸਲ ਦੇ ਵਿੱਚ ਕਿੱਥੇ ਖੜਾ ਅੱਜ ਦਾ ਇਨਸਾਨ, ਉਹਦੇ ਵਾਸਤੇ ਸੋਚਣ ਲਈ ਜਾਂ ਸਮਝਣ ਦੇ ਵਾਸਤੇ ਕੀ ਕਰੀਏ ਅਸੀਂ ਕਿ ਅਸੀਂ ਅੱਜ ਕਿੱਥੇ ਖੜੇ ਹਾਂ। ਤੁਸੀਂ ਜਿੱਦਾਂ ਬੱਚਿਆਂ ਦੀ ਗੱਲ ਕੀਤੀ ਹੈ, ਜੀ, ਹਰ ਪੇਰੈਂਟਸ ਜਿਹੜਾ ਫਾਦਰ ਮਦਰ ਹੈ ਉਹ ਚਾਹੁੰਦਾ ਹੈ ਕਿ ਸਾਡੇ ਜਿਹੜੇ ਬੱਚੇ ਹੈ ਉਹਨਾਂ ਨੂੰ ਉਹ ਮਿਲੇ ਜੋ ਸਾਨੂੰ ਨਹੀਂ ਮਿਲਿਆ ਹੈ। ਜੀ। ਇਹ ਬਹੁਤ ਅੱਛੀ ਇੰਟੈਂਸ਼ਨ ਹੈ, ਲੇਕਿਨ ਇਹਦੇ ਨਾਲ ਆਪਾਂ ਇਹ ਵੀ ਦੇਖਣਾ ਹੈ ਕਿ ਜੋ ਸਾਨੂੰ ਮਿਲਿਆ ਹੈ ਉਹ ਅਸੀਂ ਉਹਨਾਂ ਨੂੰ ਵੀ ਦੇਣਾ ਹੈ। ਸਾਨੂੰ ਕੀ ਮਿਲਿਆ ਹੈ? ਵੈਲਿਊਜ਼ ਮਿਲੀਆਂ ਨੇ, ਪ੍ਰਿੰਸੀਪਲਸ ਮਿਲੇ ਨੇ, ਟਫ ਟਾਈਮ ਦੇ ਵਿੱਚ ਕਿੱਦਾਂ ਸਟਰੋਂਗ ਰਹਿਣਾ ਹੈ ਇਹ ਮਿਲਿਆ ਹੈ। ਆਪਾਂ ਨੂੰ ਬਹੁਤ ਕੁਝ ਮਿਲਿਆ ਹੈ, ਕਿਉਂਕਿ ਅਗਰ ਆਪਾਂ ਬੱਚਿਆਂ ਨੂੰ ਉਹਨਾਂ ਨੂੰ ਗਾਈਡ ਨਹੀਂ ਕਰਾਂਗੇ ਜੋ ਸਾਨੂੰ ਮਿਲਿਆ ਸੀ, ਜਿਹੜੀ ਵੈਲਿਊਜ਼ ਔਰ ਪ੍ਰਿੰਸੀਪਲ ਨੇ, ਫਿਰ ਉਹ ਗ੍ਰੇਟ ਹਿਊਮਨ ਬੀਇੰਗ ਨਹੀਂ ਬਣਨਗੇ, ਫਿਰ ਉਹ ਰਿਸਪੌਂਸਿਬਲ ਸਿਟੀਜ਼ਨ ਨਹੀਂ ਬਣਨਗੇ। ਇਸ ਕਾਰਨ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਪਣੇ ਬੱਚੇ ਨੇ ਉਹਨਾਂ ਦੀ ਪਹਿਲਾਂ ਹੀ ਪ੍ਰੋਗਰਾਮਿੰਗ ਕਰ ਦੇਣੀ ਹੈ ਬਚਪਨ ਦੇ ਵਿੱਚ ਹੀ ਕਿ ਅਗਰ ਜਿਹੜੀ ਤਰੱਕੀ ਤੁਸੀਂ ਲੈਣੀ ਹੈ ਲਾਈਫ 'ਚ, ਤੁਸੀਂ ਜਿੰਨਾ ਮਰਜ਼ੀ ਤੁਸੀਂ ਲਾਈਫ 'ਚ ਤਰੱਕੀ ਕਰੋ, ਉਹਦੇ ਨਾਲ ਤੁਹਾਨੂੰ ਬਹੁਤ ਸਾਰਾ ਮਟੀਰੀਅਲ ਵਰਲਡ ਦੇ ਵਿੱਚ ਤਰੱਕੀ ਮਿਲ ਜਾਏਗੀ। ਲੇਕਿਨ ਅਗਰ ਤੁਹਾਨੂੰ ਖੁਸ਼ੀ ਚਾਹੀਦੀ ਹੈ, ਅੱਛੇ ਰਿਸ਼ਤੇ ਚਾਹੀਦੇ ਨੇ ਜਾਂ ਅੱਛੀ ਸਿਹਤ ਚਾਹੀਦੀ ਹੈ, ਫਿਰ ਤੁਸੀਂ ਆਪਣੇ ਮਾਈਂਡ ਦੀ ਟੇਕ ਕੇਅਰ ਕਰੋ। ਜਦੋਂ ਇਹ ਦੋਨੋਂ ਚੀਜ਼ਾਂ ਉਹਨਾਂ ਨੂੰ ਬੱਚਿਆਂ ਨੂੰ ਸਮਝ ਆਉਣਗੀਆਂ ਕਿ ਇਹ ਇੱਕੋ ਨਹੀਂ ਹੈ, ਡਿਫਰੈਂਟ ਨੇ, ਇਹ ਦੋ ਡਿਫਰੈਂਟ ਡਿਪਾਰਟਮੈਂਟ ਨੇ, ਜਦੋਂ ਉਹ ਛੋਟੇ ਬੱਚੇ ਨੂੰ ਪਤਾ ਲੱਗ ਜਾਏਗਾ ਕਿ ਜਿਹੜੀ ਖੁਸ਼ੀ ਹੈ ਜਾਂ ਮੈਂ ਜੋ ਵੀ ਅਚੀਵ ਕਰਨਾ ਹੈ ਉਹ ਤਾਂ ਆਪਣੀ ਮਾਈਂਡ ਦੀ ਟੇਕ ਕੇਅਰ ਨਾਲ ਮੇਰੇ ਨਾਲ ਹੋਏਗੀ, ਕਿਉਂਕਿ ਉਹ ਕੋਈ ਹੱਥ ਦੇਖਣੇ ਵਾਲੀ ਚੀਜ਼ ਨਹੀਂ ਹੈ ਖੁਸ਼ੀ, ਉਹ ਤਾਂ ਇੱਕ ਫੀਲਿੰਗ ਹੈ, ਉਹ ਤਾਂ ਮੈਨੂੰ ਕ੍ਰੀਏਟ ਕਰਨੀ ਪਏਗੀ। ਮੈਂ ਉਹ ਵੀ ਸਿੱਖਣਾ ਹੈ ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਤਰੱਕੀ ਵੀ ਲੈਣੀ ਹੈ, ਫੈਨੋਮੀਨਲ ਸਕਸੈਸ ਲੈਣੀ ਹੈ। ਜਦੋਂ ਇਹ ਦੋਨੋਂ ਚੀਜ਼ਾਂ ਬੱਚਿਆਂ ਦੀ ਵਿੱਚ ਪ੍ਰੋਗਰਾਮਿੰਗ ਹੋ ਜਾਣਗੀਆਂ, ਉਹ ਇੱਕ ਬਹੁਤ ਅੱਛਾ ਇਨਸਾਨ ਵੀ ਬਣਨਗੇ ਔਰ ਨਾਲ ਦੀ ਨਾਲ ਇੱਕ ਬਹੁਤ ਰਿਸਪੌਂਸਿਬਲ ਸਿਟੀਜ਼ਨ ਵੀ ਬਣਨਗੇ। ਔਰ ਇਹਦੇ ਨਾਲ ਇੱਕ ਚੀਜ਼ ਹੋਰ ਜੁੜਦੀ ਹੈ, ਤੁਹਾਨੂੰ ਲੱਗਦਾ ਕਿ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਲੈਂਦੇ ਹਾਂ, ਕਿ ਉਹ ਵੀ ਸਾਨੂੰ ਸਕਾਰਾਤਮਕ ਸੋਚ ਦੇ ਵੱਲ ਪ੍ਰੇਰਿਤ ਕਰਦੀਆਂ ਨੇ? ਬਿਲਕੁਲ ਕਰਦੀਆਂ ਨੇ। ਦੇਖੋ, ਜਿਹੜਾ ਸਾਡਾ ਬਿਲੀਫ ਸਿਸਟਮਸ ਨੇ ਲਾਈਫ ਦੇ ਵਿੱਚ ਜਾਂ ਪਾਸਟ ਐਕਸਪੀਰੀਅੰਸ ਨੇ, ਜੋ ਅਸੀਂ ਸਿੱਖਿਆ ਹੈ, ਦੇਖੋ ਇੱਕ ਲਰਨਿੰਗ ਐਟੀਟਿਊਡ ਤਾਂ ਹਮੇਸ਼ਾ ਹੀ ਰਹਿਣਾ ਚਾਹੀਦਾ ਹੈ ਸਾਡਾ। ਬਿਲਕੁਲ। ਉਹਦੇ ਵਿੱਚ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਕਿਹਦੇ ਕੋਲ ਸਿੱਖ ਰਹੇ ਹੋ, ਤੁਸੀਂ ਕਿਸੇ ਤੋਂ ਵੀ ਸਿੱਖ ਸਕਦੇ ਹੋ, ਸਿਰਫ ਤੁਹਾਡੀ ਜਿਹੜੀ ਸੋਚ ਹੈ ਉਹ ਸਿੱਖਣੇ ਵਾਲੀ ਹੋਣੀ ਚਾਹੀਦੀ ਹੈ। ਕਿਉਂਕਿ ਜਦੋਂ ਤੁਸੀਂ ਪੂਰੀ ਲਾਈਫ ਜਦੋਂ ਸਿੱਖਦੇ ਰਹਿੰਦੇ ਹੋ, ਉਹਦੇ ਨਾਲ ਹੀ ਤੁਹਾਡੀ ਜਿਹੜੀ ਚੇਂਜਸ ਲਾਈਫ ਦੇ ਵਿੱਚ ਬਹੁਤ ਅੱਛੇ ਆਉਂਦੇ ਨੇ। ਇਸ ਕਾਰਨ ਜਿਹੜੇ ਸਾਡੇ ਬਹੁਤ ਸਾਰੇ ਬਜ਼ੁਰਗ ਨੇ ਜਾਂ ਪੇਰੈਂਟਸ ਨੇ,
ਉਹਨਾਂ ਦਾ ਜਿਹੜਾ ਲਾਈਫ ਦਾ ਐਕਸਪੀਰੀਅੰਸ ਹੈ ਉਹ ਸਾਨੂੰ ਨੈਚੁਰਲ ਸ਼ੇਅਰ ਕਰਦੇ ਨੇ ਜੀ। ਉਹਨਾਂ ਦਾ ਐਕਸਪੀਰੀਅੰਸ ਔਰ ਆਪਣੇ ਹਿਸਾਬ ਦੇ ਨਾਲ ਤੁਸੀਂ ਜਦੋਂ ਮਿਲ ਕੇ ਜੀ। ਇੱਕ ਬਹੁਤ ਅੱਛਾ ਇੱਕ ਹਾਈਬ੍ਰਿਡ ਜਦੋਂ ਇਨਫੋਰਮੇਸ਼ਨ ਤੁਸੀਂ ਕ੍ਰੀਏਟ ਕਰਦੇ ਜੀ, ਹੋ ਜੀ। ਉਹਦੇ ਨਾਲ ਤੁਸੀਂ ਦੇਖੋਗੇ ਬਹੁਤ ਵੱਡਾ ਜਿਹੜਾ ਟਰਾਂਸਫੋਰਮੇਸ਼ਨ ਦੁਨੀਆ ਚ ਆਉਂਦਾ ਹੈ। ਜੀ। ਔਰ ਜਦੋਂ ਅਸੀਂ ਗੱਲ ਕਰਦੇ ਆ ਨਾ ਖੁਸ਼ੀ ਦੀ, ਕਈ ਲੋਕ ਇਹ ਸੋਚਦੇ ਨੇ ਕਿ ਸਾਡੇ ਦੁਨੀਆ ਦੇ ਵਿੱਚ ਨਾ ਖੁਸ਼ੀ ਬਹੁਤ ਰੀਣਕ ਹੈ, ਮਤਲਬ ਬਿਲਕੁਲ ਛੋਟੀ ਜੀ ਹੈ, ਛੋਟੀ ਜੀ ਖੁਸ਼ੀ ਹੈ। ਕੁਝ ਲੋਕ ਇਹ ਕਹਿੰਦੇ ਨੇ ਕਿ ਖੁਸ਼ੀ ਬਹੁਤ ਵੱਡੀ ਹੈ ਹੀ ਖੁਸ਼ੀ ਹੈ, ਪਰ ਅਸਲ ਦੇ ਵਿੱਚ ਖੁਸ਼ੀ ਕਿਹੜੀ ਚੀਜ਼ ਨੂੰ ਪਾਉਣ ਤੋਂ ਬਾਅਦ ਮਿਲਦੀ ਹੈ? ਦੇਖੋ ਜਿਹੜੀ ਖੁਸ਼ੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਚੀਜ਼ ਸਮਝਣੀ ਹੈ ਕਿ ਜਿਹੜੀ ਹੈਪੀਨੈਸ ਹੈ, ਜੀ। ਦੇਖੋ ਅੱਜ ਆਪਾਂ ਕੁਝ ਵੀ ਕਿਸੇ ਨਾਲ ਵੀ ਤੁਸੀਂ ਗੱਲ ਕਰਕੇ ਦੇਖ ਲਓ ਜੀ। ਦੁਨੀਆ 'ਚ, ਉਹਨਾਂ ਨੂੰ ਤੁਸੀਂ ਕਹੋਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ, ਉਹ ਕਹਿਣਗੇ ਮੈਂ ਇੱਕ ਸਟੂਡੈਂਟ ਨੂੰ ਪੁੱਛੋਗੇ ਉਹ ਕਹੇਗਾ ਕਿ ਮੈਂ ਤਾਂ ਬਹੁਤ ਅੱਛੇ ਮਾਰਕਸ ਲੈਣਾ ਚਾਹੁੰਦਾ। ਤੁਸੀਂ ਕਹੋਗੇ ਕੀ ਹੋਏਗਾ ਮਾਰਕਸ ਅੱਛੇ ਲੈਣੇ ਨਾਲ, ਉਹ ਕਹੇਗਾ ਮੈਨੂੰ ਬਹੁਤ ਖੁਸ਼ੀ ਹੋਏਗੀ। ਕੈਰੀਅਰ ਦੇ ਵਿੱਚ ਅੱਗੇ ਜਾਓਗੇ ਕੀ ਹੋਏਗਾ, ਤੁਸੀਂ ਇੱਕ ਬਿਜ਼ਨਸਮੈਨ ਜਾਂ ਜੌਬ ਕਲਾਸ ਨੂੰ ਪੁੱਛੋ ਤੁਹਾਡੀ ਪ੍ਰਮੋਸ਼ਨ ਹੋ ਜਾਏ ਜਾਂ ਤੁਸੀਂ ਇੱਕ ਬਹੁਤ ਅੱਛੀ ਪੋਜੀਸ਼ਨ ਤੇ ਪਹੁੰਚ ਜਾਓ, ਫਿਰ ਕੀ ਹੋਏਗਾ, ਉਹ ਕਹੇਗਾ ਖੁਸ਼ੀ ਮੈਨੂੰ ਮਿਲੇਗੀ। ਇਹਦਾ ਮਤਲਬ ਜਿਹੜਾ ਪਰਪਸ ਆਫ ਲਾਈਫ ਹੈ ਉਹ ਨੈਚੁਰਲ ਖੁਸ਼ੀ ਨੂੰ ਅਚੀਵ ਕਰਨਾ ਹੀ ਹੈ। ਲੇਕਿਨ ਉਹਦੀ ਜਿਹੜੀ ਡੈਫੀਨੇਸ਼ਨ ਹੈ ਖੁਸ਼ੀ ਦੀ ਉਹ ਕੀ ਹੁੰਦੀ ਹੈ, ਹੈਪੀਨੈਸ ਦੀ ਡੈਫੀਨੇਸ਼ਨ ਕੀ ਹੈ ਕਿ ਜਿਹੜੀ ਖੁਸ਼ੀ ਹੈ, ਹੈਪੀਨੈਸ ਹੈ, ਉਹ ਅਸੀਂ ਆਪ ਕ੍ਰੀਏਟ ਕਰਨੀ ਹੈ, ਉਹ ਕਿਤੋਂ ਬਾਹਰੋਂ ਨਹੀਂ ਮਿਲਣੀ ਹੈ। ਤੁਸੀਂ ਦੇਖੋ ਕਿ ਇੱਕ ਸਿੰਪਲ ਜੀ ਆਪਾਂ ਦੇਖੀਏ ਕਿ ਅੱਜ ਜਿਹੜੀ ਤੁਸੀਂ ਕਿਹਾ ਖੁਸ਼ੀ ਬਹੁਤ ਘੱਟ ਕਿਉਂ ਹੈ, ਉਹਦਾ ਕਾਰਨ ਹੈ ਡਿਪੈਂਡੈਂਸੀ। ਅੱਜ ਤੁਸੀਂ ਦੇਖੋ ਇੱਕ ਸਿੰਪਲ ਜੀ ਮੈਂ ਐਗਜ਼ਾਮਪਲ ਨਾਲ ਤੁਹਾਨੂੰ ਸ਼ੇਅਰ ਕਰਦਾ ਕਿ ਅੱਜ ਇੱਕ ਅਗਰ ਆਪਾਂ ਨਵੀਂ ਡਰੈਸ ਲਈ ਹੈ, ਆਪਾਂ ਕਿਸੇ ਪਾਰਟੀ 'ਚ ਜਾਂਦੇ ਹਾਂ, ਉੱਥੇ ਪਾਰਟੀ 'ਚ ਜਾ ਕੇ ਅਸੀਂ ਦੇਖਦੇ ਹਾਂ ਕਿ ਲੋਕਾਂ ਨੇ ਸਾਨੂੰ ਪੁੱਛਿਆ ਹੀ ਨਹੀਂ ਕਿ ਤੁਸੀਂ ਕਿੰਨੀ ਅੱਛੀ ਜਿਹੜੀ ਡਰੈਸ ਪਾਈ ਹੋਈ ਹੈ। ਤੁਸੀਂ 10-15 ਮਿੰਟ ਘੁੰਮਦੇ ਹੋ, ਤੁਹਾਨੂੰ ਕੋਈ ਪੁੱਛਦਾ ਹੀ ਨਹੀਂ ਹੈ। ਫਿਰ ਤੁਸੀਂ ਆਪ ਹੀ ਕਿਸੇ ਨੂੰ ਕਹਿੰਦੇ ਹੋ ਕਿ ਤੁਹਾਡੀ ਡਰੈਸ ਬਹੁਤ ਅੱਛੀ ਹੈ, ਉਹ ਫਿਰ ਤੁਹਾਨੂੰ ਕਹਿੰਦੇ ਨੇ ਅੱਛਾ ਤੁਸੀਂ ਵੀ ਬਹੁਤ ਅੱਛੀ ਡਰੈਸ ਪਾਈ ਹੋਈ। ਮਤਲਬ ਅਸੀਂ ਲੋਕਾਂ ਨੂੰ ਕਹੀਦਾ ਹੈ ਕਿ ਸਾਨੂੰ ਤੁਸੀਂ ਦਿਓ ਖੁਸ਼ੀ, ਉਸ ਤੋਂ ਬਾਅਦ ਦੂਸਰਾ ਇਨਸਾਨ ਕਹਿੰਦਾ ਹੈ ਕਿ ਤੁਹਾਡੀ ਡਰੈਸ ਬਹੁਤ ਅੱਛੀ, ਸਾਨੂੰ ਅੱਛਾ ਬਹੁਤ ਅੱਛਾ ਲੱਗਦਾ ਹੈ ਕਿ ਅੱਛਾ ਸਾਨੂੰ ਕਿਸੇ ਨੇ ਹੋਰ ਕਿਹਾ ਹੈ। ਉਸ ਤੋਂ ਬਾਅਦ ਅਗਰ ਕੋਈ ਸਾਨੂੰ ਇਨਸਾਨ ਕਹਿ ਦੇ ਕਿ ਇਹ ਤੁਹਾਡੀ ਡਰੈਸ ਤਾਂ ਤੁਹਾਨੂੰ ਬਿਲਕੁਲ ਠੀਕ ਨਹੀਂ ਲੱਗ ਰਹੀ ਹੈ, ਫਿਰ ਸਾਡੀ ਖੁਸ਼ੀ ਉਦੋਂ ਚਲੇ ਜਾਂਦੀ ਹੈ। ਤੁਸੀਂ ਦੇਖੋ ਕਿ ਅਗਰ ਆਪਾਂ ਇੱਕ ਗ੍ਰਾਫਿਕਲੀ ਸਮਝੀਏ, ਖੁਸ਼ੀ ਜਿਹੜੀ ਇੱਕ ਸਟ੍ਰੇਟ ਲਾਈਨ ਹੈ ਔਰ ਜਿਹੜੀਆਂ ਸਿਚੁਏਸ਼ਨਸ ਨੇ ਲਾਈਫ 'ਚ ਮੰਨ ਲਓ ਉਹ ਜਦੋਂ ਆਂਦੀ ਹੈ ਸਾਡੀ ਖੁਸ਼ੀ ਫਲਕਚੁਏਟ ਕਰਨੀ ਸ਼ੁਰੂ ਹੋ ਜਾਂਦੀ ਹੈ। ਆਪਾਂ ਇਸ ਚੀਜ਼ ਨੂੰ ਦੇਖਣਾ ਹੈ ਕਿ ਜਿਹੜੀ ਸਾਡੀ ਖੁਸ਼ੀ ਹੈ ਉਹ ਸਿਚੁਏਸ਼ਨਸ ਪ੍ਰੋਬਲਮਸ ਤੇ ਡਿਪੈਂਡ ਨਹੀਂ ਹੈ। ਜਦੋਂ ਸਾਨੂੰ ਇਹ ਚੀਜ਼ ਸਮਝ ਆਂਦੀ ਹੈ, ਫਿਰ ਜਦੋਂ ਬਾਹਰ ਸਭ ਕੁਝ ਹਿਲ ਜਾਂਦਾ ਹੈ ਲੇਕਿਨ ਤੁਹਾਡੇ ਅੰਦਰ ਤੁਸੀਂ ਸਟੇਬਲ ਰਹਿੰਦੇ ਹੋ ਔਰ ਇਦਾਂ ਦੀ ਤੁਹਾਡੀ ਸੋਚ ਪੋਜ਼ਿਟਿਵ ਚੱਲਦੀ ਹੈ, ਪਾਵਰਫੁਲ ਚੱਲਦੀ ਹੈ ਕਿ ਜਿਹੜੀਆਂ ਸਿਚੁਏਸ਼ਨਸ ਦੇ ਵਿੱਚ ਰਹਿੰਦੇ ਹੋਏ ਵੀ ਤੁਸੀਂ ਲਾਈਫ ਦੇ ਵਿੱਚ ਉਹ ਖੁਸ਼ੀ ਜਿਹੜੀ ਹੈ ਤੁਸੀਂ ਜਿਹੜੀ ਤੁਹਾਡੀ ਡਿਸਟਰਬ ਨਹੀਂ ਹੁੰਦੀ, ਤੁਸੀਂ ਜ਼ਿਆਦਾ ਟਾਈਮ ਤੱਕ ਸਟ੍ਰੇਟ ਲਾਈਨ ਤੁਹਾਡੀ ਰਹਿੰਦੀ ਹੈ। ਤੁਸੀਂ ਕਿਸੇ ਨੂੰ ਵੀ ਪੁੱਛ ਕੇ ਦੇਖੋ ਕਿ ਤੁਸੀਂ ਲਾਸਟ ਟਾਈਮ ਖੁਸ਼ ਕਦੋਂ ਹੋਏ ਸੀ, ਉਹ ਕਹਿਣਗੇ ਜਦੋਂ 5 ਸਾਲ ਪਹਿਲਾਂ ਮੈਂ ਫਸਟ ਆਇਆ ਸੀ। ਮਤਲਬ ਇੰਨਾ ਟਾਈਮ ਪਹਿਲਾਂ ਉਹਨੇ ਦੱਸਿਆ ਉਹ ਖੁਸ਼ੀ ਨਹੀਂ ਹੋਈ, ਇੱਕ ਇੰਪੋਰਟੈਂਟ ਡੇਟ ਹੈ, ਠੀਕ ਹੈ ਉਸ ਦਿਨ ਤੁਸੀਂ ਟੈਂਪਰੇਰੀ ਖੁਸ਼ੀ ਲਈ ਹੈ ਲੇਕਿਨ ਅਗਰ ਡੇਲੀ ਬੇਸਿਸ ਤੇ ਸਾਨੂੰ ਖੁਸ਼ੀ ਚਾਹੀਦੀ ਹੈ, ਸਾਡੀ ਜਿਹੜੀ ਸਟ੍ਰੇਟ ਲਾਈਨ ਹੈ ਉਹਨੂੰ ਸਾਨੂੰ ਸਮਝਣਾ ਪਏਗਾ ਕਿ ਸਿਚੁਏਸ਼ਨ ਦਾ ਜਿਹੜਾ ਇਨਫਲੂਐਂਸ ਹੈ ਉਹਦੇ ਤੇ ਇਫੈਕਟ ਨਹੀਂ ਹੋਣਾ ਚਾਹੀਦਾ ਹੈ। ਉਹ ਇੱਕ ਡਿਫਰੈਂਟ ਚੀਜ਼ ਹੈ, ਉਹ ਇੱਕ ਡਿਫਰੈਂਟ ਚੀਜ਼ ਹੈ। ਜਦੋਂ ਤੁਸੀਂ ਸਟੇਬਲ ਰਹਿ ਕੇ ਉਸ ਪਰਿਸਥਿਤੀ ਨੂੰ ਸਾਹਮਣਾ ਕਰੋਗੇ ਤੁਸੀਂ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ, ਬਹੁਤ ਲਾਈਟ ਵੇਅ ਨਾਲ ਤੁਸੀਂ ਨਿਕਲ ਜਾਓਗੇ। ਬਿਲਕੁਲ ਜੀ। ਔਰ ਇਹ ਖੁਸ਼ੀ ਜਿਹੜੀ ਹੈ ਇਹ ਤੁਹਾਨੂੰ ਵੀ ਮਿਲੇ ਔਰ ਸਾਨੂੰ ਵੀ ਮਿਲੇ, ਇਹਦੇ ਵਾਸਤੇ ਅਸੀਂ ਗੀਤ ਸੰਗੀਤ ਵੀ ਜ਼ਰੂਰ ਰੱਖਿਆ ਹੈ। ਸੋ ਮਿਲਦੇ ਹਾਂ ਜੀ ਗੀਤ ਦੇ ਉਸ ਪਾਰ।
ਸਾਰਿਆਂ ਸਮੁੰਦਰਾਂ ਤੋਂ ਡੂੰਘੇ ਨੇ ਖਿਆਲ ਤੇਰੇ, ਪੁੱਛਦੇ ਜਵਾਬ ਮੈਂ ਤੋਂ ਗੁੰਝਲੇ ਸਵਾਲ ਤੇਰੇ। ਸਾਰਿਆਂ ਸਮੁੰਦਰਾਂ ਤੋਂ ਡੂੰਘੇ ਨੇ ਖਿਆਲ ਤੇਰੇ, ਪੁੱਛਦੇ ਜਵਾਬ ਮੈਂ ਤੋਂ ਗੁੰਝਲੇ ਸਵਾਲ ਤੇਰੇ। याद आउंदियां यादां तेरियां, तेनू किवें मैं भुलावां। सुन सजना मेरे हालिया, दिल दिया खोले सुना। सोचा सोच थक हारिया, तेरे बिना मेरे साथिया, दुनिया में मेरी आराम। ਗੱਲ ਕਰ ਰਹੇ ਹਾਂ ਅੱਜ ਸਕਾਰਾਤਮਕ ਸੋਚ ਦੀ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ, ਤੇ ਚਰਨ ਕਮਲ ਜੀ ਮੋਟੀਵੇਸ਼ਨਲ ਸਪੀਕਰ ਅੱਜ ਮੇਰੇ ਨਾਲ ਨੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਤੁਸੀਂ ਖੁਦ ਚਰਨ ਕਮਲ ਜੀ ਬਹੁਤ ਸਾਰੇ ਸੈਸ਼ਨ ਜਿਹੜੇ ਨੇ ਉਹ ਕਰ ਚੁੱਕੇ ਹੋ, ਸਾਡੇ ਪੂਰੇ ਇੰਡੀਆ ਦੇ ਵਿੱਚ ਵੀ ਵਿਦੇਸ਼ਾਂ ਦੇ ਵਿੱਚ ਵੀ। ਇੱਕ ਮੋਟੀਵੇਸ਼ਨਲ ਸਪੀਕਰ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮੋਟੀਵੇਟ ਕਰ ਸਕਦਾ, ਕਿਉਂਕਿ ਲੋਕ ਬਹੁਤ ਜ਼ਿਆਦਾ ਅੱਜ ਡਿਪਰੈਸ਼ਨ ਦੇ ਵਿੱਚ ਚਲੇ ਜਾ ਚੁੱਕੇ ਨੇ। ਬਿਲਕੁਲ, ਦੇਖੋ ਅਗਰ ਆਪਾਂ ਜਿਹੜੀ ਤੁਸੀਂ ਗੱਲ ਕਹੀ ਹੈ ਕਿੱਦਾਂ ਮੋਟੀਵੇਸ਼ਨ ਜਿਹੜੀ ਹੈ ਉਹ ਚੇਂਜ ਲਿਆਂਦੀ ਹੈ, ਜੀ ਜੀ, ਬਦਲਾਵ ਕਿੱਦਾਂ ਲਿਆਂਦਾ ਜਾਵੇ। ਜਿਹੜਾ ਮੇਰਾ ਪ੍ਰੈਕਟੀਕਲ ਐਕਸਪੀਰੀਅੰਸ ਹੈ, ਤੁਸੀਂ ਦੇਖੋ ਅਗਰ ਲਾਈਫ ਦੇ ਵਿੱਚ ਆਪਾਂ ਦੇਖੀਏ ਤੇ 4 ਸਟੇजेस ਹੁੰਦੀਆਂ ਨੇ। ਪਹਿਲੀ ਸਟੇਜ ਜਿਹੜੀ ਹੈ ਉਹ ਹੁੰਦੀ ਹੈ ਅਨਅਵੇਅਰਨੈਸ। ਜਦੋਂ ਇੱਕ ਪਰਸਨ ਜਿਹੜਾ ਹੈ ਉਹ ਅਵੇਅਰਨੈਸ ਚ ਨਹੀਂ ਹੈ, ਉਹਦਾ ਮਤਲਬ ਕੀ ਹੈ, ਉਹ ਹਮੇਸ਼ਾ ਬਲੇਮ ਹੀ ਕਰਦਾ ਰਹੇਗਾ, ਆਪਣੀ ਸਿਚੁਏਸ਼ਨਸ ਨੂੰ ਬਲੇਮ ਕਰੇਗਾ। ਉਹ ਵੇਟ ਹੀ ਕਰ ਰਿਹਾ ਹੈ ਕਿ ਕਦੋਂ ਅੱਛੀ ਬਾਲ ਆਏ ਤੇ ਮੈਂ ਉਹਦੇ ਤੇ ਅੱਛਾ ਰਨ ਉਹਦੇ ਤੇ ਬਣਾਵਾਂ। ਲੇਕਿਨ ਬਾਲ ਤਾਂ ਆਊਟ ਕਰਨੇ ਲਈ ਆਣੀ ਹੈ। ਜਿਹੜੀ ਪ੍ਰੋਬਲਮਸ ਨੇ, ਸਿਚੁਏਸ਼ਨਸ ਨੇ, ਫੇਲਿਅਰ ਨੇ, ਉਹ ਤਾਂ ਆਨੇ ਹੈ। ਤੁਹਾਨੂੰ ਬਾਲ ਖੇਲਣੀ ਆਣੀ ਚਾਹੀਦੀ ਹੈ। ਆਪਣੇ ਹੱਥ ਦੇ ਵਿੱਚ ਇਹ ਚੀਜ਼ ਹੈ, ਸਾਡੇ ਹੱਥ ਦੇ ਵਿੱਚ ਇਹ ਨਹੀਂ ਹੈ, ਕਿਉਂਕਿ ਜਿਹੜੀ ਸਿਚੁਏਸ਼ਨਸ ਨੇ ਉਹ ਅਨਪ੍ਰੈਡਿਕਟੇਬਲ ਹੈ, ਜਿੱਦਾਂ ਲਾਈਫ ਅਨਪ੍ਰੈਡਿਕਟੇਬਲ ਹੈ। ਸਾਨੂੰ ਪਤਾ ਹੀ ਨਹੀਂ ਹੈ ਕਦੋਂ ਕਿਹੜੀ ਸਿਚੁਏਸ਼ਨ ਸਾਡੇ ਸਾਹਮਣੇ ਆ ਜਾਣੀ ਹੈ। ਇਸੇ ਤਰੀਕੇ ਨਾਲ ਫਸਟ ਜਿਹੜੀ ਸਟੇਜ ਹੁੰਦੀ ਹੈ ਲਾਈਫ ਦੀ, ਉਹਨੂੰ ਕਹਿੰਦੇ ਨੇ ਅਨਅਵੇਅਰਨੈਸ ਸਟੇਜ। ਜਦੋਂ ਅਸੀਂ ਸਿਰਫ ਐਕਸਟਰਨਲ ਫੈਕਟਰ ਨੂੰ ਆਪਾਂ ਦੇਖਦੇ ਹਾਂ ਕਿ ਉਹਦੇ ਕਾਰਨ ਮੈਂ ਅੱਜ ਅਸਫਲ ਹਾਂ, ਅਸੀਂ ਆਪਣੇ ਵੱਲ ਧਿਆਨ ਸਾਡਾ ਨਹੀਂ ਹੁੰਦਾ ਹੈ। ਸੈਕੰਡ ਹੁੰਦਾ ਹੈ ਅਵੇਅਰਨੈਸ ਸਟੇਜ। ਅਵੇਅਰਨੈਸ ਸਟੇਜ ਦਾ ਮਤਲਬ ਕੀ ਹੁੰਦਾ ਹੈ, ਜਦੋਂ ਸਾਨੂੰ ਕਲੈਰਿਟੀ ਹੁੰਦੀ ਹੈ, ਸਮਝ ਆਉਂਦੀ ਹੈ ਕਿ ਇਹ ਸਭ ਕੁਝ ਮੈਂ ਆਪਣੇ ਗੋਲ ਸੈੱਟ ਕਰਨੇ ਹੈ, ਮੈਂ ਆਪ ਜੋ ਕਰਾਂਗਾ ਉਹਦੇ ਨਾਲ ਹੀ ਮੈਨੂੰ ਤਰੱਕੀ ਮਿਲੇਗੀ, ਮੈਨੂੰ ਆਪਣੇ ਅੰਦਰ ਹੀ ਚੇਂਜ ਲਿਆਣਾ ਪਏਗਾ। ਉਹ ਕੰਮ ਸ਼ੁਰੂ ਕਰ ਦਿੰਦਾ, ਆਪਣੇ ਗੋਲ ਸੈੱਟ ਕਰਕੇ, ਆਪਣੀ એનર્ਜੀ ਨੂੰ ਚੈਨਲਾਈਜ਼ ਕਰਕੇ ਉਹ ਕੰਮ ਸ਼ੁਰੂ ਕਰ ਦਿੰਦਾ। ਉਹਨੂੰ ਅਵੇਅਰਨੈਸ ਸਟੇਜ ਕਹਿੰਦੇ ਨੇ। ਥਰਡ ਸਟੇਜ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਜਦੋਂ ਤੁਸੀਂ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਸਭ ਕੁਝ ਅਚੀਵ ਕਰ ਲੈਂਦੇ ਹੋ। ਜਦੋਂ ਆਪਾਂ ਅੱਜ ਦੇ ਟਾਈਮ ਦੇ ਵਿੱਚ ਕਹੀਦਾ ਹੈ ਕਿ ਰਿਚੈਸਟ ਇਨਸਾਨ ਹੈ, ਇਹਨੇ ਬਿਲੀਅਨਸ ਕਮਾਏ ਨੇ, ਇਹਨੇ ਮਿਲੀਅਨਸ ਕਮਾਏ ਨੇ, ਜੋ ਮਟੀਰੀਅਲਿਸਟਿਕ ਹੈ, ਫਾਈਨੈਂਸ਼ੀਅਲ ਫਰੀडम ਇਹਨੇ ਅਚੀਵ ਕੀਤੀ ਹੈ। ਅੱਜ ਇਹਦੇ ਕੋਲ ਸਭ ਕੁਝ ਹੈ ਮਟੀਰੀਅਲਿਸਟਿਕ ਵਰਲਡ ਦੇ ਵਿੱਚ, ਜੋ ਕੁਝ ਵੀ ਚਾਹੀਦਾ ਹੈ। ਲੇਕਿਨ ਉਹ ਸਟੇਜ ਜਿਹੜੀ ਹੈ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ, ਫੀਅਰ ਹੁੰਦਾ ਹੈ, ਉਹਨੂੰ ਖੋ ਜਾਣੇ ਦਾ ਡਰ ਰਹਿੰਦਾ ਹੈ। ਉਹਦੇ ਵਿੱਚ ਵੀ ਜਿਹੜੀ ਹੈ, ਜਦੋਂ ਇੱਕ ਇਨਸਾਨ ਮਟੀਰੀਅਲ ਵਰਲਡ ਦੇ ਵਿੱਚ ਤਰੱਕੀ ਲੈਂਦਾ ਹੈ, ਉਹਦੇ ਵਿੱਚ ਜਿਹੜਾ ਡਰ ਹੁੰਦਾ, ਫਿਰ ਉਹ ਖੁਸ਼ੀ ਲੱਭਦਾ ਹੈ। ਫੋਰਥ ਸਟੇਜ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਇਨਰ ਟਰਾਂਸਫਾਰਮੇਸ਼ਨ, ਇਨਰ ਗਰੋਥ। ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਤੁਸੀਂ ਅੱਜ ਦੇਖ ਲਓ ਕਿ ਕੋਈ ਵੀ ਜਿਹੜਾ ਪੌਦਾ ਹੈ ਜਾਂ ਕੋਈ ਵੀ ਫਰੂਟ ਜਾਂ ਫਲ ਹੈ, ਤੁਸੀਂ ਉਹਦੀ ਕੁਆਲਿਟੀ ਕਿੱਥੋਂ ਦੇਖੋਗੇ? ਜਿੱਦਾਂ ਦੀ ਕੁਆਲਿਟੀ ਉਹਦੀ ਸੀਡ ਦੀ ਹੋਏਗੀ, ਜਿੱਦਾਂ ਦੀ ਬੀਜ ਦੀ ਹੋਏਗੀ। ਇਹਦਾ ਮਤਲਬ ਬੀਜ ਕੀ ਹੈ? ਉਹ ਸਾਡੀ ਸੋਚ ਹੈ, ਔਰ ਫਰੂਟ ਕੀ ਹੈ? ਉਹ ਸਾਡੀ ਤਰੱਕੀ ਹੈ। ਇਹਦਾ ਮਤਲਬ ਕੀ ਹੈ ਕਿ ਅੱਛੇ ਕੁਆਲਿਟੀ ਫਰੂਟ ਚਾਹੀਦੇ ਨੇ ਤੇ ਕੁਆਲਿਟੀ ਸੋਚ ਹੋਣੀ ਚਾਹੀਦੀ ਹੈ, ਪਾਵਰਫੁਲ ਸੋਚ ਹੋਣੀ ਚਾਹੀਦੀ ਹੈ। ਇਸ ਕਾਰਨ ਜਦੋਂ ਤੁਸੀਂ ਕਿਸੇ ਨਾਲ ਵੀ ਬੈਠਦੇ ਹੋ, ਮੋਟੀਵੇਸ਼ਨ ਦਾ ਮਤਲਬ ਸਿਰਫ ਇਹ ਨਹੀਂ ਹੈ। ਮੋਟੀਵੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ 10 ਲੋਕ ਪੋਜ਼ਿਟਿਵ ਨੇ, ਤੁਸੀਂ ਉੱਥੇ ਸਾਰੇ ਜਣੇ ਪੋਜ਼ਿਟਿਵ ਗੱਲਾਂ ਕਰ ਰਹੇ ਹੋ।
ਪੋਜ਼ਿਟਿਵ ਜਿਹੜੀ ਥਿੰਕਿੰਗ ਹੈ ਜਾਂ ਮੋਟੀਵੇਸ਼ਨ ਦਾ ਮਤਲਬ ਹੈ ਕਿ ਜਦੋਂ ਲੱਖਾਂ ਲੋਕ ਤੁਹਾਡੇ ਤੋਂ ਆਪੋਜ਼ਿਟ ਵੀ ਖੜੇ ਜੀ। ਨੇ, ਤੁਸੀਂ ਫਿਰ ਵੀ ਸੱਚਾਈ ਨਾਲ ਖੜੇ ਹੋ ਜੀ। ਔਰ ਫਿਰ ਵੀ ਤੁਸੀਂ ਸਟੇਬਲ ਖੜੇ ਹੋ ਜੀ। ਔਰ ਬਹੁਤ ਵੱਡੀ ਵੱਡੀ ਸਿਚੁਏਸ਼ਨ ਨੂੰ ਤੁਸੀਂ ਹੈਂਡਲ ਕਰਦੇ ਹੋ। ਤੁਸੀਂ ਦੇਖੋ ਇੱਕ ਕਮਲ ਦਾ ਫੁੱਲ ਤੁਸੀਂ ਦੇਖਿਆ, ਲੋਟਸ ਫਲਾਵਰ, ਉਹ ਗੰਦਗੀ ਜਿਹੜਾ ਹੈ ਗੰਦੇ ਪਾਣੀ ਦੇ ਵਿੱਚ ਜਿਹੜਾ ਗਰੋ ਕਰਦਾ ਹੈ, ਜੀ। ਲੇਕਿਨ ਉਹਦਾ ਇਨਫਲੂਐਂਸ ਜਿਹੜਾ ਹੈ ਜੀ। ਉਹ ਆਪਣੇ ਉੱਪਰ ਨਹੀਂ ਪੈਣ ਦਿੰਦਾ। ਬਿਲਕੁਲ। ਇਸ ਲਈ ਦੁਨੀਆ ਦਾ ਸਭ ਤੋਂ ਅੱਛਾ ਉਹ ਫਲਾਵਰ ਹੈ। ਜੀ। ਇਦਾਂ ਹੀ ਆਪਾਂ ਦੇਖਣਾ ਹੈ, ਸਿਚੁਏਸ਼ਨਸ, ਪ੍ਰੋਬਲਮਸ, ਚੈਲੰਜ ਜੀ। ਔਰ ਫੇਲਿਅਰ ਆਣਾ ਹੈ, ਲੇਕਿਨ ਚੁਆਇਸ ਸਾਡੀ ਹੈ ਕਿ ਅਸੀਂ ਅਪਸੈਟ ਹੋਣਾ ਹੈ ਜਾਂ ਨਹੀਂ ਹੋਣਾ ਹੈ। ਇਹ ਸਾਡੇ ਅਸੀਂ ਦੇਖਣਾ ਹੈ, ਜੀ। ਕਿਉਂਕਿ ਜਿਹੜੀ ਮਸ਼ੀਨ ਔਰ ਹਿਊਮਨ ਬੀਇੰਗ ਦੇ ਵਿੱਚ ਇੱਕੋ ਹੀ ਫਰਕ ਹੈ। ਮਸ਼ੀਨ ਨੂੰ ਤੁਸੀਂ ਔਨ ਆਫ ਕਰੋਗੇ, ਉਹ ਸੇਮ ਰਿਸਪੌਂਸ ਕਰੇਗੀ ਜੋ ਪ੍ਰੋਗਰਾਮਡ ਹੈ। ਜੀ। ਜੀ। ਲੇਕਿਨ ਜਿਹੜਾ ਹਿਊਮਨ ਬੀਇੰਗ ਹੈ ਜੀ। ਉਹ ਡਿਫਰੈਂਟ ਰਿਸਪੌਂਸ ਦੇ ਸਕਦਾ ਹੈ। ਉਹਦੇ ਕੋਲ ਆਪਸ਼ਨ ਹੈ, ਉਹਨੇ ਸਟ੍ਰੈਸ ਦੇ ਵਿੱਚ ਜਾਣਾ ਹੈ ਜਾਂ ਉਹਨੇ ਸਟੇਬਲ ਰਹਿ ਕੇ ਉਸ ਸਿਚੁਏਸ਼ਨ ਚੋਂ ਨਿਕਲਣਾ ਹੈ। ਸਿਚੁਏਸ਼ਨ ਇੱਕ ਇਦਾਂ ਦੀ ਵੀ ਆਈ ਸਾਡੇ ਸਾਰਿਆਂ ਦੇ ਉੱਤੇ, ਜਦੋਂ ਕਰੋਨਾ ਮਹਾਮਾਰੀ ਆਈ, ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਬੈਠ ਗਿਆ, ਇੱਕ ਵਹਿਮ ਬੈਠ ਗਿਆ। ਮੈਨੂੰ ਲੱਗਦਾ ਕਰੋਨਾ ਨਾਲ ਘੱਟ ਤੇ ਡਰ ਦੇ ਨਾਲ ਲੋਕ ਜ਼ਿਆਦਾ ਮਰੇ ਨੇ, ਔਰ ਉਹ ਡਰ ਸੀ ਨਕਾਰਾਤਮਕ ਸੋਚ ਦਾ। ਔਰ ਜਦੋਂ ਇਦਾਂ ਦੀ ਕੋਈ ਸੋਚ ਸਾਡੇ ਵਿੱਚ ਆ ਜਾਵੇ ਤੇ ਉਹਨੂੰ ਹਾਂ ਪੱਖੀ ਕਿਵੇਂ ਕਰੀਏ, ਜਾਂ ਇਹ ਕਰੀਏ ਕਿਸੇ ਸਕਾਰਾਤਮਕ ਕਿਵੇਂ ਕਰੀਏ? ਹਾਂ, ਬਿਲਕੁਲ। ਦੇਖੋ ਇਹਦਾ ਵੀ ਜਿਹੜਾ ਸਿੰਪਲ ਜਿਹਾ ਕਾਰਨ ਹੈ, ਤੁਸੀਂ ਦੱਸਿਆ ਕਿ ਵਾਇਰਸ ਜਿਹੜਾ ਹੈ, ਵਾਇਰਸ ਦੇਖੋ ਇਹ ਗਲੋਬਲ ਸਿਚੁਏਸ਼ਨ ਇੱਕੋ ਹੀ ਟਾਈਮ ਦੇ ਉੱਪਰ ਸਾਰਿਆਂ ਦੇ ਸਾਹਮਣੇ ਆ ਗਈ ਜੀ। ਹੈ। ਜੀ। ਔਰ ਬਹੁਤ ਲੋਕ, ਮੈਂ ਤੁਹਾਨੂੰ ਦੱਸਿਆ ਹੈ, ਜਿਹੜੇ ਬਹੁਤ ਐਵਰੇਜ ਥਿੰਕਿੰਗ ਨਾਲ ਚੱਲ ਰਹੇ ਸੀ, ਜੀ। ਜਿਨ੍ਹਾਂ ਦਾ ਇਮੋਸ਼ਨਲ ਹੈਲਥ ਬਹੁਤ ਸਟਰੋਂਗ ਨਹੀਂ ਸੀ, ਉਹਨਾਂ ਦੇ ਸਾਹਮਣੇ ਜਦੋਂ ਇਹ ਸਿਚੁਏਸ਼ਨ ਆਈ, ਅਲੱਗ-ਅਲੱਗ ਰਿਸਪੌਂਸ ਆਇਆ। ਹੁਣ ਜੀ। ਕੋਈ ਇੱਕ ਇਨਸਾਨ, ਚਾਰ ਲੋਕ ਨੇ, ਇੱਕ ਇਨਸਾਨ ਕਹਿ ਰਿਹਾ ਕਿ ਇਹ ਤਾਂ ਬਹੁਤ ਵੱਡੀ ਪ੍ਰੋਬਲਮ ਹੈ, ਜੀ। ਦੂਸਰਾ ਇਨਸਾਨ ਇਹਨੂੰ ਦੇਖ ਕੇ ਕਹਿ ਰਿਹਾ ਹੈ ਕਿ ਪ੍ਰੋਬਲਮ ਤਾਂ ਹੈ, ਤੀਸਰਾ ਇਨਸਾਨ ਕਹਿ ਰਿਹਾ ਹੈ ਕਿ ਇਹ ਪ੍ਰੋਬਲਮ ਤਾਂ ਹੈ ਲੇਕਿਨ ਛੋਟੀ ਜਿਹੀ ਹੈ, ਜੀ। ਔਰ ਚੌਥਾ ਇਨਸਾਨ ਕਹਿ ਰਿਹਾ ਹੈ ਕਿ ਅਗਰ ਤੁਸੀਂ ਪ੍ਰੋਪਰ ਇਹਦੀਆਂ ਗਾਈਡਲਾਈਨਸ ਫੋਲੋ ਕਰੋ ਜੀ। ਔਰ ਪ੍ਰੋਪਰ ਤੁਸੀਂ ਆਪਣਾ ਧਿਆਨ ਰੱਖੋ, ਜੀ। ਆਪਣਾ ਬਾਡੀ ਦਾ ਵੀ ਧਿਆਨ ਰੱਖੋ, ਆਪਣੇ ਮਾਈਂਡ ਦਾ ਵੀ ਧਿਆਨ ਰੱਖੋ, ਤੇ ਤੁਸੀਂ ਸਾਰੇ ਕੰਮ ਨਾਰਮਲ ਕਰ ਸਕਦੇ ਹੋ ਇਸ ਸਿਚੁਏਸ਼ਨ ਦੇ ਵਿੱਚ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਬਿਲਕੁਲ। ਇਹਦਾ ਮਤਲਬ ਕੀ ਹੈ, ਸਿਚੁਏਸ਼ਨ ਦਾ ਸਾਈਜ਼ ਕੀ ਹੈ ਤੇ ਮੈਟਰ ਨਹੀਂ ਕਰਦਾ, ਤੁਹਾਡਾ ਜਿਹੜਾ ਮੈਂਟਲ ਹੈਲਥ ਕਿਦਾਂ ਦੀ ਹੈ ਉਹ ਤੇ ਡਿਪੈਂਡ ਕਰਦਾ ਹੈ। ਜੀ। ਇੱਕ ਇਨਸਾਨ ਇਹ ਟੇਬਲ ਨੂੰ ਚੱਕ ਲੈਂਦਾ ਹੈ, ਇੱਕ ਜੀ। ਇਨਸਾਨ ਤੋਂ ਨਹੀਂ ਚੱਕਿਆ ਜਾਂਦਾ, ਜੀ। ਇਹਦਾ ਮਤਲਬ ਉਹਦੀ ਜਿਹੜੀ ਸਟਰੈਂਥ ਉਹ ਘੱਟ ਹੈ। ਜੀ। ਇਸੇ ਤਰ੍ਹਾਂ ਮੈਂਟਲ ਸਟਰੈਂਥ ਅਸੀਂ ਆਪਣੀ ਵਧਾਣੀ ਹੈ। ਜੀ। ਜਦੋਂ ਸਾਡੀ ਇਮੋਸ਼ਨਲ ਹੈਲਥ ਵੱਧ ਜਾਏਗੀ, ਫਿਰ ਅਸੀਂ ਬਹੁਤ ਵੱਡੇ ਵੱਡੇ ਚੈਲੰਜ ਵੀ ਜਿਹੜੇ ਨੇ, ਜੀ। ਤੁਸੀਂ ਇੰਨੇ ਸਟੇਬਲ ਤਰੀਕੇ ਨਾਲ ਨਿਕਲੋਗੇ, ਤੁਸੀਂ ਉਹਨੂੰ ਸਮਝ ਵੀ ਨਹੀਂ ਸਕਦੇ, ਕਿਉਂਕਿ ਤੁਹਾਡਾ ਜਿਹੜਾ ਨਜ਼ਰੀਆ ਹੈ, ਜਦੋਂ ਉਹੀ ਬਦਲ ਗਿਆ ਚੀਜ਼ਾਂ ਨੂੰ ਦੇਖਣੇ ਦਾ, ਫਿਰ ਤੁਹਾਨੂੰ ਵੱਡੀ ਵੱਡੀ ਚੀਜ਼ਾਂ ਦੇ ਵਿੱਚ ਵੀ ਸੋਲੂਸ਼ਨ ਨਜ਼ਰ ਆਣਗੇ, ਜੀ। ਜਿਹੜੇ ਲੋਕ ਦੇਖਦੇ ਆ ਕਿ ਇਹ ਤਾਂ ਬਹੁਤ ਵੱਡਾ ਫੇਲਿਅਰ ਹੈ। ਨਜ਼ਰੀਆ ਬਦਲਣ ਦੀ ਗੱਲ ਕੀਤੀ ਤੁਸੀਂ, ਔਰ ਜਦੋਂ ਅਸੀਂ ਨਜ਼ਰੀਆ ਬਦਲਣਾ ਜਾਂ ਇਹ ਕਹਿ ਲਈਏ ਨੈਗੇਟਿਵਿਟੀ ਤੋਂ ਪੋਜ਼ਿਟਿਵਿਟੀ ਵੱਲ ਜਾਣਾ, ਕਿੰਨਾ ਕੁ ਸਮਾਂ ਲੱਗਦਾ ਉਹਦੇ ਵਿੱਚ? ਦੇਖੋ, ਸਮਾਂ ਉਹਦੇ ਵਿੱਚ ਬਹੁਤ ਜ਼ਿਆਦਾ ਨਹੀਂ ਹੈ, ਕਿਉਂਕਿ ਉਹਦੇ ਵਿੱਚ ਸਿਰਫ ਇੱਕ ਵਿਚਾਰ ਲੱਗਦਾ ਹੈ, ਇੱਕ ਥਾਟ ਲੱਗਦਾ ਹੈ। ਉਹ ਥਾਟ ਕਿੱਦਾਂ ਲੱਗਦਾ ਹੈ, ਤੁਸੀਂ ਦੇਖੋ, ਜਦੋਂ ਕੋਈ ਵੀ ਸਿਚੁਏਸ਼ਨ ਸਾਡੀ ਲਾਈਫ 'ਚ ਆਉਂਦੀ ਹੈ, ਜੀ। ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਐਗਜ਼ਾਮਪਲ ਆਪਣੀ ਦਿੰਦਾ। ਮੈਂ ਇੱਕ ਹਾਲ ਦੇ ਵਿੱਚ ਈ ਐਜੂਕੇਸ਼ਨ ਤੇ ਇੱਕ ਸੈਮੀਨਾਰ ਦੇ ਰਿਹਾ ਸੀ, ਜੀ। ਔਰ ਜਦੋਂ ਮੈਂ ਐਂਟਰ ਕੀਤਾ ਉਸ ਹਾਲ ਆਡੀਅנס ਨੂੰ ਐਡਰੈਸ ਕਰਨੇ ਦੇ ਲਈ, ਨਾਲ ਦਾ ਜਿਹੜਾ ਹਾਲ ਸੀਗਾ ਉਹਦੇ ਵਿੱਚ ਬਹੁਤ ਉੱਚੀ ਤਰੀਕੇ ਨਾਲ 뮤직 ਪਲੇ ਹੋ ਰਿਹਾ ਸੀ, ਚੱਲ ਰਿਹਾ ਸੀ। ਜੀ। ਜੀ। ਲੇਕਿਨ ਜਦੋਂ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਕਿ ਤੁਸੀਂ ਇਹਨੂੰ ਸਲੋ ਕਰ ਦਿਓ, 2-3 ਬਾਰ ਕੀਤਾ ਕਿ ਬਹੁਤ ਡਿਸਟਰਬੈਂਸ ਹੋ ਰਹੀ ਹੈ, ਇੱਕ ਐਜੂਕੇਸ਼ਨਲ ਸੈਮੀਨਾਰ ਹੈ, ਜੀ। 3-4 ਬਾਰ ਕਰਨੇ ਤੋਂ ਬਾਅਦ ਇੱਕ ਸਿਚੁਏਸ਼ਨ ਹੈ, ਸਿਚੁਏਸ਼ਨ ਦਾ ਸਾਈਜ਼ ਨਹੀਂ ਹੈ, ਸਿਰਫ ਇਹ ਇਕੁਏਸ਼ਨ ਆਪਾਂ ਸਮਝਣੀ ਹੈ। ਜੀ। ਜੀ। ਆਪਾਂ ਕਿਸੇ ਨੂੰ ਕੀ ਕਰ ਸਕਦੇ ਹਾਂ, ਸਿਰਫ ਰਿਕੁਐਸਟ ਕਰ ਸਕਦੇ ਹਾਂ ਕਿ ਤੁਸੀਂ ਇਹਨੂੰ ਕਰ ਲਓ, ਜੀ। ਲੇਕਿਨ ਉਹਨਾਂ ਨੇ ਉਹਨੂੰ ਨਹੀਂ ਮੰਨਿਆ, ਉਹਨਾਂ ਨੇ ਹੋਰ ਵੋਲਿਊਮ ਨੂੰ ਉੱਚਾ ਕਰ ਦਿੱਤਾ, ਔਰ ਮੈਂ ਸਟੇਜ ਤੇ ਐਡਰੈਸ ਕਰ ਰਿਹਾ ਸੀ, ਮੇਰੀ ਖੁਸ਼ੀ ਜਾਣ ਲੱਗ ਪਈ। ਜਦੋਂ ਤੁਹਾਡੀ ਖੁਸ਼ੀ ਜਾਣ ਲੱਗਦੀ ਹੈ, ਫਿਰ ਤੁਸੀਂ ਇੱਕੋ ਹੀ ਥਾਟ ਕ੍ਰੀਏਟ ਕਰ ਸਕਦੇ ਹੋ। ਮੈਂ ਇੱਕੋ ਹੀ ਥਾਟ ਸਟੇਜ ਤੇ ਕ੍ਰੀਏਟ ਕੀਤਾ ਕਿ ਇਹ ਅੱਜ ਮੇਰਾ ਬੈਕਗ੍ਰਾਉਂਡ 뮤직 ਹੈ, ਅੱਜ ਦੀ ਇਸ ਪ੍ਰੋਗਰਾਮ ਦਾ ਇਹ ਬੈਕਗ੍ਰਾਉਂਡ 뮤직 ਚੱਲ ਰਿਹਾ ਹੈ, ਇਹਦੇ ਵਿੱਚ ਹੀ ਮੈਂ ਪਰਫਾਰਮ ਕਰਨਾ ਹੈ। ਜੀ। ਉਹ ਪਰਫਾਰਮ ਕੀਤਾ, ਉਹ ਬਹੁਤ ਐਕਸੀਲੈਂਟ ਰਿਜ਼ਲਟ ਉਹਦੇ ਮਿਲੇ। ਜੀ। ਲੇਕਿਨ ਇਹਦਾ ਮਤਲਬ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਦਾ ਕਿ ਇੱਕ ਥਾਟ ਸਿਰਫ ਲੱਗਦਾ ਹੈ। ਜਦੋਂ ਉਹ ਆਪਣੇ ਕਾਰਨ ਨਾਲ ਬਜਾ ਰਿਹਾ ਸੀ, ਉਹਨਾਂ ਤੋਂ ਕੋਈ ਕਾਰਨ ਸੀ ਉਹਦੇ ਪਿੱਛੇ, ਲੇਕਿਨ ਮੇਰੀ ਖੁਸ਼ੀ ਜਾ ਰਹੀ ਸੀ। ਮੈਂ ਇੱਕ ਥਾਟ ਕ੍ਰੀਏਟ ਕੀਤਾ ਕਿ ਅੱਜ ਦਾ ਇਹ ਮੇਰਾ ਬੈਕਗ੍ਰਾਉਂਡ 뮤직 ਹੈ। ਜੀ। ਕਿਉਂਕਿ ਇੱਥੇ ਮੈਂ ਛੋਟੀ ਜਿਹੀ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਕਿ ਕਿੰਨੀ ਤਾਕਤ ਹੁੰਦੀ ਹੈ ਵਿਚਾਰਾਂ ਦੇ ਵਿੱਚ। ਬਿਲਕੁਲ। ਬਿਲਕੁਲ। ਇੱਕ ਇਨਸਾਨ ਜਿਹੜਾ ਸੀ, ਕੁਮਾਰ ਜਿਹੜਾ ਸੀਗਾ, ਉਹ ਮਿੱਟੀ ਦਾ ਕੋਈ ਬਰਤਨ ਬਣਾ ਰਿਹਾ ਸੀ। ਉਹਦੀ ਵਾਈਫ ਨੇ ਪੁੱਛਿਆ ਕਿ ਕੀ ਬਣਾ ਰਹੇ ਹੋ ਤੁਸੀਂ? ਉਹਨੇ ਕਿਹਾ ਕਿ ਮੈਂ ਚਿਲਮ ਬਣਾ ਰਿਹਾ। ਉਹਨੇ ਕਿਹਾ ਚਿਲਮ ਬਣਾ ਰਹੇ ਹੋ, ਤੁਸੀਂ ਸੁਰਾਈ ਬਣਾਓ, ਆਉਣ ਵਾਲਾ ਟਾਈਮ, ਹੁਣ ਗਰਮੀ ਆने ਵਾਲੀ ਹੈ। ਉਹ ਕਹਿੰਦਾ ਠੀਕ ਹੈ। ਉਹਨੇ ਉਹਨੂੰ ਦੁਬਾਰਾ ਗੁੰਨਿਆ ਮਿੱਟੀ ਨੂੰ, ਔਰ ਫਿਰ ਉਹਨੂੰ ਸ਼ੇਪ ਦੇਣੀ ਸ਼ੁਰੂ ਕਰਤੀ ਸੁਰਾਈ ਦੀ। ਜਦੋਂ ਉਹ ਬਣ ਰਹੀ ਸੀ, ਮਿੱਟੀ ਦੇ ਵਿੱਚੋਂ ਆਵਾਜ਼ ਆਈ ਕਿ ਤੁਸੀਂ ਤਾਂ ਕੁਝ ਹੋਰ ਬਣਾ ਰਹੇ ਸੀ, ਹੁਣ ਕੀ ਬਣਾ ਰਹੇ ਹੋ? ਉਹ ਕਹਿੰਦਾ ਕਿ ਹੁਣ ਮੈਂ ਪਹਿਲਾਂ ਚਿਲਮ ਬਣਾ ਰਿਹਾ ਸੀ, ਹੁਣ ਮੈਂ ਸੁਰਾਈ ਬਣਾ ਰਿਹਾ। ਤੇ ਉਹਨੇ ਮਿੱਟੀ ਚੋਂ ਆਵਾਜ਼ ਆਈ ਕਿ
ਇਦਾਂ ਕਿਉਂ ਕਰ ਰਹੇ ਹੋ? ਉਹਨੇ ਕਿਹਾ ਕਿ ਮੇਰਾ ਜਿਹੜੀ ਹੈ ਵਿਚਾਰ ਬਦਲ ਗਿਆ ਸੀ। ਉਹਨੇ ਕਿਹਾ ਕਿ ਤੁਹਾਡਾ ਤਾਂ ਸਿਰਫ ਵਿਚਾਰ ਬਦਲਿਆ ਹੈ। ਮਿੱਟੀ ਨੇ ਕਿਹਾ ਮੇਰਾ ਤਾਂ ਜੀਵਨ ਹੀ ਬਦਲ ਗਿਆ ਹੈ। ਕਿੱਥੇ ਮੈਂ ਆਪ ਵੀ ਸਾੜਨਾ ਸੀ, ਲੋਕਾਂ ਨੂੰ ਵੀ ਸਾੜਨਾ ਸੀ, ਬਿਲਕੁਲ। ਹੁਣ ਮੈਂ ਆਪ ਵੀ ਠੰਡੇ ਰਹਿਣਾ ਹੈ, ਲੋਕਾਂ ਨੂੰ ਵੀ ਠੰਡਾ ਕਰਨਾ ਹੈ। ਬਿਲਕੁਲ। ਤੁਹਾਡਾ ਤਾਂ ਸਿਰਫ ਇੱਕ ਵਿਚਾਰ ਬਦਲਿਆ ਸੀ। ਇੰਨੀ ਤਾਕਤ ਹੁੰਦੀ ਹੈ ਇੱਕ ਥਾਟ ਦੇ ਵਿੱਚ। ਜਦੋਂ ਤੁਸੀਂ ਉਹਨੂੰ ਬਦਲ ਦਿੰਦੇ ਹੋ, ਤੁਸੀਂ ਦੇਖੋਗੇ ਕਿ ਦੁਨੀਆ ਨੂੰ ਤੁਹਾਡਾ ਜਿਹੜਾ ਵਰਲਡ ਹੈ ਜੀ ਉਹ ਉਦੋਂ ਹੀ ਬਦਲ ਜਾਂਦਾ ਹੈ ਜਦੋਂ ਤੁਹਾਡੀ ਸੋਚ ਬਦਲ ਜਾਂਦੀ ਹੈ। ਮੋਟੀਵੇਸ਼ਨਲ ਸਪੀਕਰ ਹੋਣ ਦੇ ਨਾਤੇ ਕੀ ਲੱਗਦਾ ਹੈ ਕਿ ਕਿਹੜੇ ਟਿਪਸ ਐਂਡ ਟ੍ਰਿਕਸ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਆ ਹਨਾ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਲਿਆਈਏ ਜਿਹਦੇ ਨਾਲ ਸਾਡਾ ਜੀਵਨ ਜਿਹੜਾ ਆਪਣਾ ਉਹ ਬਦਲ ਜਾਵੇ? ਦੇਖੋ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੇ ਹੈ, ਅੱਜ ਤੁਸੀਂ ਦੇਖੋ ਕਿ ਬਹੁਤ ਜ਼ਿਆਦਾ ਜਿਹੜਾ ਇੱਕ ਰਿਲੇਸ਼ਨਸ਼ਿਪ ਹੈ, ਅੱਜ ਬਹੁਤ ਵੱਡੀ ਵੱਡੀ ਇੰਡਸਟਰੀਜ਼ ਇਹਦੇ ਤੇ ਟ੍ਰੇਨਿੰਗ ਕਰ ਰਹੀਆਂ ਨੇ ਜੀ। ਰਿਲੇਸ਼ਨਸ਼ਿਪ ਅੱਜ ਬਿਲਡ ਕਰਨਾ ਜਾਂ ਉਹਨੂੰ ਮੇਨਟੇਨ ਕਰਨਾ ਨਹੀਂ ਆ ਰਿਹਾ ਹੈ ਜੀ। ਔਰ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿਉਂਕਿ ਆਪਾਂ ਕਿਸੇ ਨੂੰ ਵੀ ਮਿਲਣਾ ਹੈ ਤਾਂ ਰਿਲੇਸ਼ਨਸ਼ਿਪ ਸਾਨੂੰ ਬਣਾਉਣਾ ਤੇ ਮੇਨਟੇਨ ਕਰਨਾ ਆਉਣਾ ਚਾਹੀਦਾ ਹੈ। ਜੀ। ਅੱਜ ਅਗਰ ਆਪਾਂ ਦੇਖੀਏ ਕਿ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਆਪਾਂ ਸੋਚੀਦਾ ਹੈ ਕਿ ਉਹ ਅਸੀਂ ਬੋਲਾਂਗੇ, ਬਹੁਤ ਅੱਛੇ ਸੁੰਦਰ ਸ਼ਬਦ ਅਸੀਂ ਬੋਲ ਰਹੇ ਹਾਂ, ਸਾਡਾ ਬਿਹੇਵੀਅਰ ਬਹੁਤ ਅੱਛਾ ਹੈ, ਉਹਦੇ ਨਾਲ ਰਿਲੇਸ਼ਨਸ਼ਿਪ ਸ਼ਾਇਦ ਬਣੇਗਾ। ਅਸੀਂ ਬਹੁਤ ਮਹਿੰਗੇ ਮਹਿੰਗੇ ਗਿਫਟ ਦੇ ਰਹੇ ਹਾਂ ਜਾਂ ਅਸੀਂ ਬਹੁਤ ਅੱਛੇ ਅੱਛੇ ਮੈਸੇਜ ਕਰ ਰਹੇ ਹਾਂ ਸਵੇਰੇ, ਲੇਕਿਨ ਸਾਨੂੰ ਇਹ ਸਮਝਣਾ ਪਏਗਾ ਕਿ ਬੋਲਣੇ ਨਾਲ ਰਿਲੇਸ਼ਨਸ਼ਿਪ ਨਹੀਂ ਬਣਦਾ ਹੈ। ਤੁਸੀਂ ਦੇਖੋ ਕਿ ਇੱਕ ਬੋਲ ਜਿਹੜਾ ਹੈ ਉਹ ਆਪਾਂ ਕਹੀਦਾ ਹੈ ਤੁਹਾਨੂੰ ਕੋਈ ਇਨਵਾਈਟ ਕਰਨ ਆਂਦਾ ਹੈ ਵੈਡਿੰਗ ਲਈ, ਅਸੀਂ ਕਹੀਦਾ ਹੈ ਕਿ ਅਸੀਂ ਜ਼ਰੂਰ ਆਵਾਂਗੇ, ਲੇਕਿਨ ਸਾਡੀ ਸੋਚ ਹੁੰਦੀ ਹੈ ਕਿ ਅਸੀਂ ਤਾਂ ਜਾਣਾ ਨਹੀਂ। ਤੁਸੀਂ ਸੋਚਦੇ ਹੋ ਕਿ ਸ਼ਬਦ ਤੁਸੀਂ ਅੱਛਾ ਬੋਲਿਆ ਹੈ, ਲੇਕਿਨ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸ਼ਬਦਾਂ ਤੋਂ ਪਹਿਲਾਂ ਸਾਡੀ ਸੋਚ ਉਹਨਾਂ ਤੱਕ ਪਹੁੰਚ ਜਾਂਦੀ ਹੈ। ਜੀ ਬਿਲਕੁਲ। ਤੁਹਾਨੂੰ ਫੀਲ ਹੋਣਾ ਸ਼ੁਰੂ ਹੋ ਜਾਏਗਾ ਕਿ ਇਹ ਪਰਸਨ ਮੈਨੂੰ ਕਹਿਤਾ ਰਹੇ ਨੇ ਲੇਕਿਨ ਇਹਨਾਂ ਨੇ ਆਣਾ ਨਹੀਂ ਹੈ। ਤੁਸੀਂ ਕਿਸੇ ਨੂੰ ਖਾਣਾ ਖਿਲਾਉਂਦੇ ਹੋ, डिनर ਤੇ ਇਨਵਾਈਟ ਕਰਦੇ ਹੋ, ਕਹਿੰਦਾ ਖਾਣਾ ਬਹੁਤ ਅੱਛਾ ਸੀ, ਲੇਕਿਨ ਅੰਦਰ ਸੋਚ ਕੀ ਹੈ ਕਿ ਖਾਣਾ ਤਾਂ ਬਿਲਕੁਲ ਅੱਛਾ ਨਹੀਂ ਸੀ। ਅਗਰ ਉਹ ਲਾਇਕ ਬੋਲਣੇ ਲਾਇਕ ਉਹ ਚੀਜ਼ ਨਹੀਂ ਹੈ ਤੇ ਉਹ ਸੋਚਣੇ ਲਾਇਕ ਕਿੱਦਾਂ ਹੋ ਸਕਦੀ ਹੈ ਜੀ? ਇਹਦਾ ਮਤਲਬ ਕੀ ਹੈ ਕਿ ਜਿਹੜੇ ਸਾਡੇ ਰਿਸ਼ਤੇ ਨੇ ਉਹ ਬੋਲਣਾ ਨਹੀਂ ਬੰਦੇ ਜਾਂ ਤੁਸੀਂ ਕੀ ਕਰਦੇ ਹੋ ਉਹਨਾਂ ਨਹੀਂ ਬੰਦੇ, ਤੁਸੀਂ ਉਹਨਾਂ ਬਾਰੇ ਕਿੱਦਾਂ ਦਾ ਸੋਚਦੇ ਹੋ, ਕਿੱਦਾਂ ਦਾ ਫੀਲ ਕਰਦੇ ਹੋ, ਉਹਦੇ ਨਾਲ ਸਾਡਾ ਰਿਲੇਸ਼ਨਸ਼ਿਪ ਬਣਦਾ ਹੈ। ਜੀ ਬਿਲਕੁਲ। ਜਦੋਂ ਅਸੀਂ ਪੋਜ਼ਿਟਿਵ ਥਿੰਕਿੰਗ ਦੀ ਗੱਲ ਕਰਦੇ ਹਾਂ, ਪੋਜ਼ਿਟਿਵ ਕਿਉਂਕਿ ਨੈਗੇਟਿਵ ਥਿੰਕਿੰਗ ਹਮੇਸ਼ਾ ਨਾਲ ਹੀ ਚੱਲਦੀ ਹੈ, ਕਦੇ ਵੀ ਨਹੀਂ ਹੋਇਆ ਕਿ ਕੱਲੀ ਪੋਜ਼ਿਟਿਵ ਥਿੰਕਿੰਗ ਚੱਲੇ। ਪੋਜ਼ਿਟਿਵ ਥਿੰਕਿੰਗ ਦੇ ਨਾਲ ਨਾਲ ਨੈਗੇਟਿਵ ਥਿੰਕਿੰਗ ਕਿੰਨੇ % ਜੇਕਰ ਅਸੀਂ ਗੱਲ ਕਰੀਏ ਹੋਣੀ ਚਾਹੀਦੀ ਹੈ ਕਿ ਜਿਹਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਉਹ ਸਹੀ ਤਰੀਕੇ ਨਾਲ ਚੱਲਦੀ ਰਹੇ? ਦੇਖੋ ਜਿਹੜੀ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਸਾਡੇ ਸਾਹਮਣੇ ਚੀਜ਼ ਆਣੀ ਹੈ ਉਹ ਆਣਾ ਹੈ ਲੋਕਾਂ ਦਾ ਬਿਹੇਵੀਅਰ ਜੀ ਔਰ ਸਿਚੁਏਸ਼ਨ, ਪ੍ਰੋਬਲਮਸ, ਇਹ ਚੈਲੰਜਸ ਸਾਰੇ ਆਣੇ ਨੇ ਜੀ। ਇਹ ਸਭ ਕੁਝ ਸਾਡੇ ਸਾਹਮਣੇ ਆਣਾ ਹੈ ਜੀ, ਲੇਕਿਨ ਆਪਾਂ ਇਹਦੇ ਵਿੱਚ ਰਹਿੰਦੇ ਹੋਏ, ਜਿੱਦਾਂ ਮੈਂ ਲੋਟਸ ਫਲਾਵਰ ਦੀ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨਾਲ ਰਹਿਣਾ ਹੈ। ਹਰ ਇਨਸਾਨ ਨਾਲ ਆਪਾਂ ਕੰਮ ਵੀ ਕਰਨਾ ਹੈ। ਹੁਣ ਤੁਸੀਂ 10 ਲੋਕਾਂ ਨਾਲ ਕੰਮ ਕਰ ਰਹੇ ਹੋ, ਇੱਕ ਇਨਸਾਨ ਨੂੰ ਝੂਠ ਬੋਲਣੇ ਦੀ ਆਦਤ ਹੈ, ਇੱਕ ਇਨਸਾਨ ਟਾਈਮ ਤੇ ਨਹੀਂ ਆ ਰਿਹਾ, ਇੱਕ ਇਨਸਾਨ ਨੂੰ ਕੋਈ ਹੋਰ ਦਿੱਕਤ ਹੈ, ਲੇਕਿਨ ਤੁਸੀਂ ਕੰਮ ਉਹਨਾਂ ਨਾਲ ਹੀ ਕਰਨਾ ਹੈ। ਲੇਕਿਨ ਇਦਾਂ ਕੰਮ ਕਰਨਾ ਹੈ, ਜ਼ਿਆਦਾ ਇਨਫੋਰਮੇਸ਼ਨ ਨੌਲੇਜ ਦੇਣੇ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈ, ਉਹਨੂੰ ਪਿਆਰ ਤੇ ਸ਼ਕਤੀ ਚਾਹੀਦੀ ਹੈ। ਬਹੁਤ ਸਾਰੀਆਂ ਤੁਸੀਂ ਐਗਜ਼ਾਮਪਲ ਦੇਖੋ, ਮੈਂ ਇਦਾਂ ਦੇ ਬੱਚੇ ਦੇਖੇ ਨੇ ਜਿਹੜੇ ਬੱਚੇ ਪੂਰੀ ਰਾਤ ਨਹੀਂ ਸੌਂਦੇ ਸੀ, ਇੰਨਾ ਉਹ ਡਿਪਰੈਸ ਸੀਗੇ। ਸਿਰਫ 5-7 ਕਾਉਂਸਲਿੰਗ ਤੋਂ ਬਾਅਦ ਜਦੋਂ ਉਹਨਾਂ ਨੂੰ ਸਿਰਫ ਪੋਜ਼ਿਟਿਵ ਇਨਫੋਰਮੇਸ਼ਨ ਸ਼ੇਅਰ ਕੀਤੀ, ਉਹਨਾਂ ਨੂੰ ਦੱਸਿਆ ਕਿ ਜਿਹੜਾ ਸਾਡਾ ਰॉ ਮਟੀਰੀਅਲ ਹੈ ਉਹ ਇਨਫੋਰਮੇਸ਼ਨ ਹੈ ਔਰ ਜਿਹੜਾ ਪ੍ਰੋਸੈਸਿੰਗ ਪਲਾਂਟ ਹੈ ਉਹ ਸਾਡੀ ਥਿੰਕਿੰਗ ਹੈ, ਔਰ ਜਿਹੜਾ ਰਿਜ਼ਲਟ ਹੈ ਉਹ ਉਹੀ ਹੋਏਗਾ ਜਿੱਦਾਂ ਦਾ ਤੁਸੀਂ ਰॉ ਮਟੀਰੀਅਲ ਔਰ ਪ੍ਰੋਸੈਸਿੰਗ ਪਲਾਂਟ ਨੇ ਤਾਂ ਉਦਾਂ ਹੀ ਰਹਿਣਾ ਹੈ। ਜਦੋਂ ਸਾਨੂੰ ਐਂਡ ਪ੍ਰੋਡਕਟ ਸਾਨੂੰ ਠੀਕ ਨਾ ਲੱਗੇ, ਫਿਰ ਸਾਨੂੰ ਪਹਿਲੇ ਪੁਆਇੰਟ ਤੋਂ ਸ਼ੁਰੂ ਕਰਨਾ ਪੈਂਦਾ ਹੈ, ਉਹ ਹੈ ਇਨਫੋਰਮੇਸ਼ਨ ਚੇਂਜ ਕਰਨੀ ਪੈਂਦੀ ਹੈ। ਜੀ ਬਿਲਕੁਲ, ਯਾਨੀ ਕਿ ਆਪਣਾ ਜਿਹੜਾ ਸੋਚ ਹੈ ਸਾਨੂੰ ਉਹਨੂੰ ਹਮੇਸ਼ਾ ਪੋਜ਼ਿਟਿਵ ਰੱਖਣਾ ਪਵੇਗਾ, ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ। ਸੋ ਚਰਨ ਕਮਲ ਜੀ ਸਾਡੇ ਸਟੂਡੀਓ ਦੇ ਵਿੱਚ ਆਉਣ ਲਈ ਔਰ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ, ਤੁਹਾਡਾ ਵੀ ਸ਼ੁਕਰੀਆ ਜੀ। डंडी जावे